ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਹੋ। ਗੁਰਬਾਣੀ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸੁਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਜੋ ਸ਼ਬਦ ਆਪਾਂ ਸਮਝਣਾ ਹੈ, ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ, ਜੋ ਰਾਗ ਗੌੜੀ ਅੰਦਰ ਜਿਸ ਦਾ ਸ਼ਬਦ ਨੰਬਰ 3 ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 324 ਤੇ ਦਰਜ ਹੈ। ਇਸ ਸ਼ਬਦ ਨੂੰ ਜਦੋਂ ਆਪਾਂ ਸਮੁੱਚੇ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ, ਇਹਦੇ ਵਿੱਚੋਂ ਇੱਕ ਗੱਲ ਬੜੀ ਛੇਤੀ ਨਾਲ ਹੀ ਸਮਝ ਆ ਜਾਂਦੀ ਏ ਕਿ ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਆਮ ਲੋਕਾਂ ਦੇ ਨਾਲ ਜਿਵੇਂ ਕੋਈ ਗੱਲਬਾਤ ਹੋ ਰਹੀ ਹੋਵੇ ਉਸ ਢੰਗ ਨਾਲ ਹੈ। ਜਿਹੜੇ ਇਹਦੇ ਵਿੱਚ ਸ਼ਬਦ ਹਨ, ਹਮ ਲੋਗ ਹੈ, ਕੋਈ ਕਾਹੂ ਜਾਣੋਗੇ, ਇਹ ਜਿਹੜੇ ਸ਼ਬਦ ਨੇ ਸਾਨੂੰ ਇਹ ਹੀ ਦੱਸ ਰਹੇ ਨੇ ਕਿ ਭਗਤ ਕਬੀਰ ਜੀ ਬਹੁਤ ਸਾਰੇ ਲੋਕਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਨੇ। ਗੱਲਬਾਤ ਉਹ ਕੀ ਕਰਨਾ ਚਾਹੁੰਦੇ ਨੇ, ਇਹ ਆਪਾਂ ਸਾਰੇ ਸ਼ਬਦ ਵਿੱਚੋਂ ਸਮਝਾਂਗੇ, ਪਰ ਸੰਖੇਪ ਜਿਹਾ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਗਤ ਕਬੀਰ ਜੀ ਨੇ ਜਿਹੜਾ ਪਰਮਾਤਮਾ ਦੇ ਨਾਮ ਸਿਮਰਨ ਵਾਲਾ ਰਸਤਾ ਚੁਣਿਆ, ਉਹ ਕਾਂਸ਼ੀ ਦੇ ਖਾਸ ਕਰਕੇ ਬ੍ਰਾਹਮਣ ਪੰਡਿਤ ਲੋਕਾਂ ਨੂੰ ਪਸੰਦ ਨਹੀਂ ਸੀ। ਇੱਕ ਤਾਂ ਕਬੀਰ ਜੀ ਅਖੌਤੀ ਸ਼ੂਦਰ ਜਾਤੀ ਵਿੱਚੋਂ ਸਨ, ਜੁਲਾਹੇ ਸਨ। ਦੂਸਰਾ, ਉਹ ਗੱਲ ਬ੍ਰਹਮ ਦੀ ਕਰਦੇ ਸਨ, ਇਸ ਤੋਂ ਥੱਲੇ ਗੱਲ ਨਹੀਂ ਸਨ ਕਰਦੇ। ਉਹਨਾਂ ਨੇ ਸਮਾਜ ਸੁਧਾਰ ਵਾਸਤੇ ਵੀ ਸਮਾਜ ਨੂੰ ਬ੍ਰਹਮ ਨਾਲ ਹੀ ਜੋੜਨਾ ਚਾਹਿਆ ਕਿ ਜੇ ਅਸੀਂ ਪਰਮਾਤਮਾ ਨਾਲ ਜੁੜੀਏ ਤੇ ਸਮਾਜ ਆਪਣੇ ਆਪ ਹੀ ਸੁਧਰ ਜਾਏਗਾ। ਫਿਰ ਐਸਾ ਪ੍ਰਤੀਤ ਹੋਏਗਾ ਕਿ ਸਭਨਾਂ ਵਿੱਚ ਇੱਕ ਪਰਮਾਤਮਾ ਹੈ, ਕਿਸ ਨਾਲ ਵੈਰ ਭਾਵਨਾ ਰੱਖੀਏ, ਸਮਾਜ ਸੁਧਰ ਜਾਏਗਾ। ਔਰ ਜੇ ਸਭਨਾਂ ਨੂੰ ਧਰਮ ਮੰਦਰਾਂ ਵਿੱਚ ਔਰ ਜਿਹੜੇ ਸਾਡੇ ਵਿਦਿਅਕ ਅਦਾਰੇ ਨੇ ਉਹਨਾਂ ਵਿੱਚ ਜਾਣ ਦੀ, ਪੜ੍ਹਨ ਦੀ, ਸਮਝਣ ਦੀ, ਸੋਚਣ ਦੀ ਖੁੱਲ੍ਹ ਹੋਵੇ ਤੇ ਇਹ ਪੂਰੀ ਮਨੁੱਖ ਜਾਤੀ ਦੇ ਭਲੇ ਲਈ ਹੋਏਗਾ। ਕਿਉਂਕਿ ਉਹਨਾਂ ਨੂੰ ਨਾ ਤੇ ਧਰਮ ਮੰਦਰ ਵਿੱਚ ਜਾਣ ਦਿੱਤਾ ਜਾਂਦਾ ਸੀ। ਆਪ ਜੀ ਨੂੰ ਪਤਾ ਹੀ ਹੈ ਕਿ ਨਾਮਦੇਵ ਸ਼ਿੰਬੇ ਨੂੰ ਕਿਵੇਂ ਧੱਕੇ ਮਾਰ ਕੇ ਇਹਨਾਂ ਬ੍ਰਾਹਮਣਾਂ ਨੇ ਬਾਹਰ ਕੱਢਿਆ ਸੀ। ਔਰ ਸ਼ੂਦਰ ਜਾਤੀ ਨੂੰ ਕੋਈ ਹੱਕ ਨਹੀਂ ਸੀ ਕਿ ਉਹ ਰਾਮ ਦਾ ਨਾਮ ਵੀ ਲੈ ਸਕਣ। ਨਾ ਹੀ ਇਹਨਾਂ ਨੂੰ ਵਿਦਿਅਕ ਅਦਾਰਿਆਂ ਵਿੱਚ ਜਾਣ ਦਿੱਤਾ ਜਾਂਦਾ ਸੀ। ਇਹਨਾਂ ਨੂੰ ਵਿਦਿਆ ਤੋਂ ਵੀ ਕੋਰੇ ਰੱਖਿਆ ਜਾਂਦਾ ਤੇ ਧਰਮ ਤੋਂ ਵੀ ਬਿਲਕੁਲ ਖਾਲੀ ਰੱਖਿਆ ਜਾਂਦਾ। ਸੋ ਭਗਤ ਜੀ ਆਖਦੇ ਸਨ ਕਿ ਜਿਹੜਾ ਰਸਤਾ ਤੁਸੀਂ ਫੜਿਆ ਹੋਇਆ ਇਹ ਸਮਾਜ ਸੁਧਾਰ ਦਾ ਰਸਤਾ ਨਹੀਂ, ਸਗੋਂ ਇਹ ਸਮਾਜ ਦੇ ਅੰਦਰ ਤੁਸੀਂ ਕੁਰੀਤੀਆਂ ਪੈਦਾ ਕਰ ਰਹੇ ਹੋ। ਇਸ ਗੱਲ ਨੂੰ ਸਮਝਾਉਣ ਲਈ ਉਹਨਾਂ ਨੇ ਬੜੇ ਯਤਨ ਕੀਤੇ ਨੇ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਦਾ ਕਿ ਬ੍ਰਾਹਮਣ ਦੇ ਨਾਲ ਗੱਲਬਾਤ ਕਰਦਿਆਂ ਉਸ ਨੂੰ ਕਹਿ ਰਹੇ ਨੇ ਕਿ ਜਿਸ ਰਸਤੇ ਮੈਂ ਸੰਸਾਰ ਵਿੱਚ ਆਇਆ, ਉਸੇ ਰਸਤੇ ਹੀ ਸੰਸਾਰ ਵਿੱਚ ਤੂੰ ਆਇਆ, ਫਿਰ ਤੇਰੇ ਤੇ ਮੇਰੇ ਵਿੱਚ ਫਰਕ ਕਿਵੇਂ ਪੈ ਗਿਆ? ਤੂੰ ਉੱਚ ਜਾਤੀ ਦਾ ਕਿਵੇਂ ਬਣ ਗਿਆ, ਮੈਂ ਨੀਵੀਂ ਜਾਤੀ ਦਾ ਕਿਵੇਂ ਬਣ ਗਿਆ? ਸੋ ਇਹੋ ਜਿਹੇ ਬਚਨ ਆਪਾਂ ਭਗਤ ਸਾਹਿਬ ਜੀ ਦੀ ਬਾਣੀ ਵਿੱਚੋਂ ਸਮੇਂ-ਸਮੇਂ ਪੜ੍ਹਾਂਗੇ
ਪਰ ਅੱਜ ਇੰਨਾ ਹੀ ਸਮਝਦੇ ਹਾਂ ਕਿ ਜਦੋਂ ਕਬੀਰ ਸਾਹਿਬ ਆਖਦੇ ਨੇ ਮੈਂ ਇੱਕ ਪਰਮਾਤਮਾ ਦੇ ਰਾਹ ਤੇ ਤੁਰਿਆ ਤੇ ਤਬ ਲੋਗੈ ਕਾਹੇ ਦੁੱਖ ਮਾਨਿਆ। ਫਿਰ ਲੋਕਾਂ ਨੂੰ ਕੀ ਤਕਲੀਫ ਹੋਈ? ਸਿੱਧੀ ਜੀ ਗੱਲ ਇਹਦੀ ਇਹ ਬਣਦੀ ਹੈ, ਅਰਥ ਇਹਦਾ ਇਹ ਬਣਦਾ ਹੈ ਵੀ ਜੇ ਮੈਂ ਤੁਹਾਡੇ ਕਰਮ ਕਾਂਡ, ਤੁਹਾਡੇ ਦੱਸੇ ਹੋਏ ਕਰਮ ਕਾਂਡ ਨਹੀਂ ਕਰਦਾ, ਮੈਂ ਤੁਹਾਡੀ ਤਰ੍ਹਾਂ ਜਾ ਕੇ ਮੰਦਰਾਂ ਵਿੱਚ ਟੱਲੀਆਂ ਖੜਕਾ ਕੇ ਝੂਠੀਆਂ ਅਰਦਾਸਾਂ ਨਹੀਂ ਕਰਦਾ, ਝੂਠੇ ਭੋਗ ਨਹੀਂ ਲਵਾਉਂਦਾ, ਮੈਂ ਸਿੱਧਾ ਰੱਬ ਨੂੰ ਮੰਨਦਾ, ਪਰਮਾਤਮਾ ਸਭ ਵਿੱਚ ਵਸਦਾ ਹੋਇਆ ਮੈਂ ਮੰਨਦਾ, ਫਿਰ ਤੁਹਾਨੂੰ ਕਿਉਂ ਤਕਲੀਫ ਹੋਈ? ਤੁਹਾਨੂੰ ਦੁੱਖ ਕਿਸ ਗੱਲ ਦਾ ਪਹੁੰਚਿਆ? ਸੋ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ ਭਈ ਜਿੰਨੇ ਵੀ ਭਗਤ ਹੋਏ ਨੇ ਸੰਸਾਰ ਦੇ ਅੰਦਰ, ਉਹਨਾਂ ਦਾ ਤੇ ਸੰਸਾਰੀ ਲੋਕਾਂ ਦਾ ਕਦੇ ਵੀ ਆਪਸ ਵਿੱਚ ਜੋੜ ਨਹੀਂ ਬਣਿਆ। ਇਸ ਗੱਲ ਨੂੰ ਅਸੀਂ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨਾਲ। ਉਹਨਾਂ ਦਾ ਪਾਵਨ ਬਚਨ ਤੁਹਾਡੇ ਸਾਹਮਣੇ ਹੈ, ਜਿਸ ਵਿੱਚ ਉਹ ਆਖਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਅਤੇ ਸੰਸਾਰੀ ਲੋਕਾਂ ਦਾ ਕਦੇ ਆਪਸ ਵਿੱਚ ਜੋੜ ਨਹੀਂ ਬਣਦਾ, ਆਪਸ ਵਿੱਚ ਕਦੀ ਪਿਆਰ ਨਹੀਂ ਵੱਧਦਾ, ਸਗੋਂ ਨਫ਼ਰਤ ਵੱਧਦੀ ਹੈ। ਭਗਤਾਂ ਦੇ ਕਾਰਨ ਨਹੀਂ, ਸੰਸਾਰੀ ਲੋਕਾਂ ਦੇ ਕਾਰਨ। ਉਹ ਅੱਗੇ ਸਤਿਗੁਰਾਂ ਨੇ ਸਾਨੂੰ ਦੱਸ ਦਿੱਤਾ ਹੈ ਫਰਕ ਇਹਨਾਂ ਦੋਵਾਂ ਤਰ੍ਹਾਂ ਦੇ ਲੋਕਾਂ ਵਿੱਚ ਕੀ ਪੈ ਜਾਂਦਾ ਹੈ। ਭਗਤ ਵੀ ਤੇ 5 ਤੱਤਾਂ ਦੇ ਸਰੀਰ ਤੋਂ ਬਣੇ ਹੋਏ ਇੱਕ ਇਨਸਾਨ ਨੇ, ਆਪਾਂ ਸੰਸਾਰੀ ਲੋਕ ਵੀ 5 ਤੱਤਾਂ ਤੋਂ ਬਣੇ ਹੋਏ ਇਨਸਾਨ ਹੀ ਹਾਂ। ਪਰ ਫਿਰ ਫਰਕ ਕੀ ਹੈ? ਇਹਨਾਂ ਦੀ ਆਪਸ ਵਿੱਚ ਪਰਸਪਰ ਸਾਂਝ ਕਿਉਂ ਨਹੀਂ ਬਣਦੀ? ਫਰਕ ਗੁਰੂ ਨਾਨਕ ਸਾਹਿਬ ਨੇ ਦੱਸਿਆ। ਫਰਕ ਕੀ ਹੈ? ਸੰਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਬਿਖ ਖਾਇਆ। ਸੰਸਾਰੀ ਲੋਕ ਝੂਠ ਬੋਲਣ ਦੇ ਉੱਤੇ ਟੇਕ ਰੱਖਦੇ ਨੇ। ਗੱਲ ਗੱਲ ਤੇ ਝੂਠ ਬੋਲਣਾ, ਛੋਟੀ ਛੋਟੀ ਗੱਲ ਤੇ ਆਪਣਾ ਸਵਾਰਥ ਵੇਖਣਾ, ਦੂਜੇ ਨੂੰ ਦਾਅ ਲਾਉਣ ਦੀ ਕੋਸ਼ਿਸ਼ ਕਰਨਾ, ਇਹ ਸੰਸਾਰੀ ਲੋਕਾਂ ਦੇ ਹਿੱਸੇ ਵਿੱਚ ਆਇਆ ਹੈ। ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ। ਉਹਨਾਂ ਨੇ ਚੱਲਣ ਸਾਰ ਤੋਂ ਭਾਵੇਂ ਜੀਵਨ ਜੁਗਤ, ਜਿਸ ਰਸਤੇ ਤੇ ਚੱਲ ਕੇ ਸਾਡਾ ਜੀਵਨ ਸਫਲ ਜੀਵਨ ਬਣ ਜਾਣਾ ਹੈ, ਉਸ ਚੱਲਣ ਸਾਰ ਨੂੰ ਇਹਨਾਂ ਨੇ ਨਹੀਂ ਜਾਣਿਆ। ਸਗੋਂ ਕੀਤਾ ਕੀ ਏ? ਕਾਮ ਕ੍ਰੋਧ ਰੂਪੀ ਜ਼ਹਿਰ ਆਪਣੇ ਜੀਵਨ ਵਿੱਚ ਹੋਰ ਵਧਾ ਲਈਏ, ਹੋਰ ਇਕੱਠੀ ਕਰ ਲਈਏ। ਸੋ ਇੱਥੇ ਸੰਸਾਰੀਆਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਇਹ ਕੀਤੀ ਏ ਕਿ ਸੰਸਾਰੀ ਲੋਕਾਂ ਦੇ ਅੰਦਰ ਉਹਨਾਂ ਨੂੰ ਇੱਕ ਤੇ ਝੂਠ ਬੋਲਣ ਦੀ ਆਦਤ ਬਣ ਜਾਂਦੀ ਏ, ਪੈਰ ਪੈਰ ਤੇ ਦੂਜਿਆਂ ਨਾਲ ਧੋਖਾ ਫਰੇਬ ਕਰਨਾ ਉਹਨਾਂ ਦੇ ਸੁਭਾਅ ਦਾ ਇੱਕ ਅੰਗ ਬਣ ਜਾਂਦਾ ਹੈ। ਜੀਵਨ ਜੁਗਤ ਉਹਨਾਂ ਨੂੰ ਨਹੀਂ ਪਤਾ ਕਿ ਜੀਵਨ ਸਫਲ ਕਿਵੇਂ ਕਰਨਾ ਹੈ। ਉਹ ਕਾਮ ਅਤੇ ਕ੍ਰੋਧ ਰੂਪੀ ਜ਼ਹਿਰ ਨੂੰ ਆਪਣੇ ਜੀਵਨ ਵਿੱਚ ਹੋਰ ਵਧਾ ਲੈਂਦੇ ਨੇ। ਇਹ ਸੰਸਾਰੀਆਂ ਦੀ ਗੱਲ ਕੀਤੀ। ਅੱਗੇ ਹੁਣ ਗੱਲ ਕਰਦੇ ਨੇ ਭਗਤਾਂ ਦੀ। ਫਰਕ ਕੀ ਹੈ ਸੰਸਾਰੀਆਂ ਵਿੱਚ ਤੇ ਭਗਤਾਂ ਵਿੱਚ? ਭਗਤ ਕਰਨ ਹਰ ਚਾਕਰੀ ਜਿਨੀ ਅੰਨ ਦਿਨ ਨਾਮ ਧਿਆਇਆ। ਉਹਨਾਂ ਨੇ ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਭਗਤਾਂ ਨੇ ਅੰਨ ਦਿਨ ਨਾਮ ਧਿਆਇਆ। ਇਹ ਪ੍ਰਮਾਤਮਾ ਦੀ ਸੇਵਾਦਾਰੀ ਕਰਦੇ ਨੇ। ਪ੍ਰਮਾਤਮਾ ਦੀ ਸੇਵਾਦਾਰੀ ਤੋਂ ਭਾਵ ਹੈ ਮਨੁੱਖਤਾ ਦੀ ਸੇਵਾਦਾਰੀ, ਜੀਵਾਂ ਦੀ ਸੇਵਾਦਾਰੀ। ਇਹ ਸਭਨਾਂ ਦੇ ਭਲੇ ਲਈ ਯਤਨਸ਼ੀਲ ਰਹਿੰਦੇ ਨੇ, ਸਭਨਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਅਤੇ ਨਾਲ ਪਰਮਾਤਮਾ ਦੇ ਨਾਮ ਨੂੰ ਅੰਨ ਦਿਨ ਰਾਤ ਦਿਨੇ ਧਿਆਉਂਦੇ ਨੇ। ਦਾਸਨ ਦਾਸ ਹੋਏ ਕੈ ਜਿਨੇ ਵਿੱਚੋਂ ਆਪ ਗਵਾਇਆ। ਉਹਨਾਂ ਨੇ ਕਾਮ ਕ੍ਰੋਧ ਰੂਪੀ ਜ਼ਹਿਰ ਆਪਣੇ ਜੀਵਨ ਵਿੱਚ ਇਕੱਠੀ ਕਰ ਲਈ। ਇਹਨਾਂ ਨੇ ਵਾਹਿਗੁਰੂ ਜੀ ਦੇ ਦਾਸਾਂ ਦੇ ਦਾਸ ਬਣ ਕੇ ਵਿੱਚੋਂ ਆਪਾ ਭਾਵ ਹੀ ਗਵਾ ਦਿੱਤਾ। ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਉਹਨਾਂ ਨੇ ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਆਪ ਨੂੰ ਸ਼ੋਭਨੀਕ ਬਣਾ ਲਿਆ। ਉਹਨਾਂ ਦੇ ਮੁਖ ਜਿਹੜੇ ਨੇ ਉਹ ਸੱਚੇ ਪ੍ਰਮਾਤਮਾ ਦੇ ਦਰ ਤੇ ਉਜਲ ਹੋ ਗਏ। ਸੋ ਇਹ ਫਰਕ ਹੈ ਭਗਤਾਂ ਵਿੱਚ
ਤੇ ਸੰਸਾਰੀਆਂ ਵਿੱਚ, ਜਿਸ ਦਾ ਜ਼ਿਕਰ ਭਗਤ ਕਬੀਰ ਜੀ ਆਪਣੇ ਇਸ ਅੱਜ ਵਾਲੇ ਸ਼ਬਦ ਵਿੱਚ ਕਰ ਰਹੇ ਨੇ। ਆਓ ਅਸੀਂ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਪਹਿਲਾਂ ਸਮਝਦੇ ਹਾਂ, ਜਿਨ੍ਹਾਂ ਵਿੱਚ ਭਗਤ ਜੀ ਆਖਦੇ ਨੇ, ਹਮ ਅਪਤ ਹੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਦੋ ਸ਼ਬਦ ਨੇ, ਅਪਤ ਅਤੇ ਪਤ। ਪਤ ਮੈਨੇ ਇੱਜ਼ਤ, ਅਪਤ ਮੈਨੇ ਬੇਇੱਜ਼ਤੀ। ਪਤ ਮੈਨੇ ਆਦਰ ਮਾਨ ਸਤਿਕਾਰ ਤੇ ਅਪਤ ਮੈਨੇ ਨਿਰਾਦਰ। ਹਮ ਅਪਤ ਹੈ ਆਪਣੀ ਪਤ ਖੋਈ। ਸੰਸਾਰੀ ਲੋਕ ਮੈਨੂੰ ਆਖਦੇ ਨੇ ਕਿ ਕਬੀਰ ਨਾਸਤਿਕ ਕਿਸਮ ਦਾ ਆਦਮੀ ਹੈ, ਇਹ ਕਿਸੇ ਧਰਮ ਨੂੰ ਨਹੀਂ ਮੰਨਦਾ, ਇਹ ਕਿਤੇ ਧਰਮ ਮੰਦਰਾਂ ਵਿੱਚ ਨਹੀਂ ਜਾਂਦਾ, ਇਹ ਉਹ ਵਕਤ ਦੇ ਧਾਰਮਿਕ ਲੋਕਾਂ ਦੇ ਦੱਸੇ ਹੋਏ ਕਰਮ ਕਾਂਡ ਨਹੀਂ ਕਰਦਾ, ਇਸ ਲਈ ਇਹ ਤੇ ਬੇਇੱਜ਼ਤਾ ਆਦਮੀ ਹੈ, ਇਹਦਾ ਸੰਸਾਰ ਵਿੱਚ ਕੋਈ ਆਦਰ ਨਹੀਂ। ਉਹ ਲੋਕ ਇਸ ਤਰ੍ਹਾਂ ਆਖਦੇ ਨੇ। ਭਗਤ ਜੀ ਆਖਦੇ ਨੇ, ਚਲੋ ਠੀਕ ਹੈ, ਜੇ ਤੁਹਾਡੀ ਨਿਗਾਹ ਵਿੱਚ ਮੈਂ ਇੱਜ਼ਤਹੀਨ ਆਦਮੀ ਹਾਂ, ਸੰਸਾਰ ਵਿੱਚ ਮੇਰੀ ਕੋਈ ਇੱਜ਼ਤ ਨਹੀਂ, ਤੇ ਚਲੋ ਇਸੇ ਤਰ੍ਹਾਂ ਹੀ ਮੰਨ ਲੈਂਦੇ ਹਾਂ। ਹਮ ਅਪਤ ਹੈ ਆਪਣੀ ਪਤ ਖੋਈ। ਦੁਨੀਆ ਵੱਲੋਂ ਜੇ ਤੁਸੀਂ ਕਹਿੰਦੇ ਹੋ ਕਿ ਇਹਨੇ ਆਪਣੀ ਇੱਜ਼ਤ ਗਵਾ ਲਈ ਏ, ਤੇ ਚਲੋ ਗਵਾ ਲਈ ਹੀ ਸਮਝ ਲਓ। ਹਮਰੇ ਖੋਜ ਪਰੋ ਮਤ ਕੋਈ। ਜੇ ਤੁਹਾਨੂੰ ਸੱਚੀ ਮੁੱਚੀ ਇਸ ਗੱਲ ਤੇ ਬਹੁਤ ਭਾਰੀ ਇਤਰਾਜ਼ ਏ ਕਿ ਮੈਂ ਪ੍ਰਮਾਤਮਾ ਦਾ ਨਾਮ ਕਿਉਂ ਜਪਦਾ, ਮੈਂ ਇੱਕ ਵਾਹਿਗੁਰੂ ਜੀ ਦੇ ਨਾਲ, ਇੱਕ ਰਾਮ ਨਾਲ ਆਪਣੀ ਸੁਰਤ ਨੂੰ ਕਿਉਂ ਜੋੜ ਲਿਆ ਹੈ, ਮੈਂ ਲੋਕਾਂ ਨੂੰ ਇਹਨਾਂ ਕਰਮ ਕਾਂਡਾਂ ਵਿੱਚੋਂ ਨਿਕਲਣ ਦੀ ਸਿੱਖਿਆ ਕਿਉਂ ਦੇ ਰਿਹਾ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਇਸ ਰਸਤੇ ਤੇ ਨਾ ਚੱਲੋ। ਕਿੰਨੀ ਸਿੱਧੀ ਸਪਸ਼ਟ ਗੱਲ ਏ। ਹਮਰੇ ਖੋਜ, ਖੋਜ ਮੈਨੇ ਜੋ ਮੈਂ ਮਾਰਗ ਲੱਭਿਆ ਹੈ, ਜੋ ਮੈਂ ਖੋਜ ਕੇ ਜਿਸ ਰਸਤੇ ਤੇ ਤੁਰਿਆ, ਪਰੋ ਮਤ ਕੋਈ, ਤੁਸੀਂ ਉਸ ਰਸਤੇ ਤੇ ਬਈ ਨਾ ਚੱਲੋ। ਮੈਨੂੰ ਬੁਰਾ ਆਖਣਾ ਆਖੀ ਜਾਓ, ਮੈਨੂੰ ਤੁਸੀਂ ਬੇਇੱਜ਼ਤ ਆਖਣਾ ਆਖੀ ਜਾਓ, ਮੈਨੂੰ ਇੱਜ਼ਤ ਨਹੀਂ ਦੇਣੀ ਨਾ ਦਿਓ, ਮੈਨੂੰ ਉਸ ਦੀ ਜ਼ਰੂਰਤ ਨਹੀਂ। ਅਸੀਂ ਸਮਝਦੇ ਹਾਂ ਹਮਰੇ ਖੋਜ ਪਰੋ ਮਤ ਕੋਈ, ਮੇਰੇ ਚਲਾਏ ਯਾਨੀ ਜਿਸ ਮਾਰਗ ਤੇ ਮੈਂ ਚੱਲਿਆ ਉਸ ਮਾਰਗ ਤੇ ਤੁਸੀਂ ਨਾ ਚੱਲੋ। ਉਹ ਮਾਰਗ ਆਖਰ ਕਿਹੜਾ ਹੈ? ਅਸੀਂ ਪਹਿਲਾ ਸ਼ਬਦ ਇਸ ਤੋਂ ਭਗਤ ਜੀ ਦਾ ਸ਼ਬਦ ਨੰਬਰ 2 ਪਿਛਲੀ ਕਥਾ ਵਿੱਚ ਕੀਤਾ ਸੀ, ਜਿਸ ਵਿੱਚ ਉਹ ਆਖਦੇ ਸਨ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਿਕਾਏ। ਇਹ ਹੈ ਮਾਰਗ ਜਿਹੜਾ ਕਬੀਰ ਜੀ ਨੇ ਚੁਣਿਆ। ਮਾਰਗ ਕੀ ਹੈ? ਜਲ ਕੀ ਪਿਆਸ। ਜਲ ਮੈਨੇ ਨਾਮ ਅੰਮ੍ਰਿਤ। ਤੇਰੇ ਨਾਮ ਅੰਮ੍ਰਿਤ ਨੂੰ ਜਪਣ ਦੀ ਜਿਹੜੀ ਮੇਰੀ ਪਿਆਸ ਹੈ ਉਹ ਜਾਂਦੀ ਨਹੀਂ, ਉਹ ਖਤਮ ਨਹੀਂ ਹੁੰਦੀ। ਇੰਨਾ ਰਾਤ ਦਿਨ ਮਨ ਵਿੱਚ ਤੇਰੇ ਨਾਮ ਦਾ ਸਿਮਰਨ ਕਰਨ ਦਾ ਉਮਾਹ ਉੱਠਿਆ ਰਹਿੰਦਾ, ਪਿਆਸ ਲੱਗੀ ਰਹਿੰਦੀ ਹੈ ਮੈਨੂੰ ਕਿ ਮੈਂ ਜਪਦਾ ਹੀ ਰਹਾਂ, ਜਪਦਾ ਹੀ ਰਹਾਂ। ਜਲ ਮਹਿ ਅਗਨ ਉੱਠੀ ਅਧਿਕਾਏ। ਉਸ ਨਾਮ ਅੰਮ੍ਰਿਤ ਦੇ ਸਿਮਰਨ ਵਿੱਚ ਮਾਨੋ ਅਗਨੀ ਦੀ ਤਰ੍ਹਾਂ ਮੇਰੀ ਪਿਆਸ ਭਵਕ ਉੱਠੀ ਏ। ਬਹੁਤ ਜ਼ਿਆਦੀ ਪਿਆਸ ਲੱਗ ਗਈ ਏ ਮੈਨੂੰ। ਕਿਸ ਗੱਲ ਦੀ? ਨਾਮ ਸਿਮਰਨ ਦੀ। ਸੋ ਭਗਤ ਜੀ ਦਾ ਜਿਹੜਾ ਰਸਤਾ ਹੈ ਉਹ ਨਾਮ ਸਿਮਰਨ ਦਾ ਰਸਤਾ ਹੈ, ਹੋਰ ਕੋਈ ਰਸਤਾ ਨਹੀਂ ਉਹਨਾਂ ਚੁਣਿਆ। ਔਰ ਇਹ ਗੱਲ ਸਾਡੇ ਸਾਰਿਆਂ ਲਈ ਏ। ਜਿਨ੍ਹਾਂ ਜਿਨ੍ਹਾਂ ਨੂੰ ਚੰਗਾ ਲੱਗੇ ਉਹ ਇਸ ਰਸਤੇ ਨੂੰ ਚੁਣ ਲਵੋ, ਜਿਨ੍ਹਾਂ ਨੂੰ ਨਾ ਚੰਗਾ ਲੱਗੇ ਉਹਨਾਂ ਨੂੰ ਕਬੀਰ ਸਾਹਿਬ ਸਾਫ਼-ਸਾਫ਼ ਕਹਿ ਰਹੇ ਨੇ, ਹਮਰੇ ਖੋਜ ਪਰੋ ਮਤ ਕੋਈ। ਜੇ ਨਹੀਂ ਚੰਗਾ ਲੱਗਦਾ ਤੇ ਨਾ ਸਹੀ, ਕੋਈ ਗੱਲ ਨਹੀਂ, ਪਰ ਮੈਨੂੰ ਬੁਰਾ ਤੇ ਨਾ ਆਖੋ ਕਮ ਸੇ ਕਮ। ਪਰ ਜੇ ਤੁਸੀਂ ਆਖਣਾ ਤੇ ਆਖੀ ਜਾਓ, ਮੈਨੂੰ ਉਹਦੀ ਵੀ ਪਰਵਾਹ ਨਹੀਂ। ਇਹ ਭਗਤ ਜੀ ਦੇ ਆਪਣੇ ਵਿਚਾਰ ਜੋ ਅਸੀਂ ਰਹਾਉ ਵਾਲੀਆਂ ਪੰਕਤੀਆਂ ਵਿੱਚੋਂ ਸਮਝੇ ਨੇ। ਆਓ ਅਸੀਂ ਬੰਦ ਨੰਬਰ 1 ਸਮਝਦੇ ਹਾਂ, ਜਿਸ ਵਿੱਚ ਭਗਤ ਜੀ ਆਖਦੇ ਨੇ, ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗੈ ਕਾਹੇ ਦੁੱਖ ਮਾਨਿਆ। ਜਦੋਂ ਅਸੀਂ ਇੱਕ ਪਰਮਾਤਮਾ ਨੂੰ ਇੱਕ ਕਰਕੇ ਜਾਣ ਲਿਆ ਆਪਣੇ ਜੀਵਨ ਵਿੱਚ, ਤਾਂ ਲੋਕਾਂ ਨੇ ਕਿਉਂ ਦੁੱਖ ਮਨਾਇਆ ਇਸ ਗੱਲ ਦਾ? ਭਾਵ ਸਿੱਧਾ ਜਿਹਾ ਹੈ ਕਿ ਲੋਕਾਂ ਨੂੰ ਕਿਉਂ ਤਕਲੀਫ ਹੋਈ ਇਸ ਗੱਲ ਦੀ? ਜਦੋਂ ਮੈਂ ਇੱਕ ਰੱਬ ਨਾਲ ਜੁੜਿਆ,
ਜਦੋਂ ਮੈਂ ਸਾਰੇ ਕਰਮ ਕਾਂਡਾਂ ਦੀ ਨਿਖੇਧੀ ਕਰਦਾ, ਮੈਂ ਇਹ ਕਰਮ ਕਾਂਡ ਨਹੀਂ ਕਰਦਾ, ਨਾ ਮੈਨੂੰ ਕਰਨ ਦੀ ਲੋੜ ਭਾਸਦੀ ਏ, ਮਹਿਸੂਸ ਵੀ ਨਹੀਂ ਹੁੰਦੀ। ਸੋ ਇੱਥੇ ਅਸੀਂ ਥੋੜ੍ਹਾ ਜਿਹਾ ਇੱਕ ਦੋ ਮੈਂ ਇਤਿਹਾਸਕ ਹਵਾਲੇ ਦੇਣਾ ਚਾਹਾਂਗਾ ਕਿ ਲੋਕਾਂ ਨੂੰ ਦੁੱਖ ਕਿਵੇਂ ਹੁੰਦਾ ਸਭਨਾਂ ਨੂੰ ਹੈ। ਸਾਡੇ ਪਰਿਵਾਰਾਂ ਦੇ ਜੀਆਂ ਨੂੰ ਵੀ ਦੁੱਖ ਹੁੰਦਾ ਹੈ, ਸਾਡੇ ਗੁਆਂਢੀਆਂ ਨੂੰ ਵੀ ਦੁੱਖ ਹੁੰਦਾ ਹੈ, ਸਾਡੇ ਸਮਾਜ ਵਾਲਿਆਂ ਨੂੰ ਵੀ ਦੁੱਖ ਹੁੰਦਾ ਹੈ ਜਦੋਂ ਕੋਈ ਬੰਦਾ ਰੱਬ ਦੇ ਰਾਹ ਤੇ ਤੁਰਦਾ ਹੈ। ਇਹ ਦੁੱਖ ਕਿਉਂ ਹੁੰਦਾ ਹੈ? ਇਤਿਹਾਸਕ ਹਵਾਲੇ ਮੈਂ ਦੇਣਾ ਚਾਹਾਂਗਾ। ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਇਤਿਹਾਸ, ਉਹਨਾਂ ਦੀ ਜੀਵਨ ਗਾਥਾ ਪ੍ਰਾਰੰਭ ਕੀਤੀ ਏ। ਉਹਦੇ ਵਿੱਚ ਅਜੇ ਗੁਰੂ ਜੀ 13 ਸਾਲਾਂ ਤੋਂ ਛੋਟੀ ਉਮਰ ਦੇ ਨੇ, ਪਰ ਕਿੰਨੀ ਵਾਰੀ ਹੋ ਗਿਆ ਕਿ ਪਿਤਾ ਕਾਲੂ ਇਹੀ ਕਹਿ ਰਹੇ ਨੇ ਕਿ ਤੂੰ ਸਕੂਲ ਕਿਉਂ ਨਹੀਂ ਜਾਂਦਾ, ਤੂੰ ਪੜ੍ਹਾਈ ਕਿਉਂ ਨਹੀਂ ਕਰਦਾ, ਤੂੰ ਪੈਸੇ ਕਿਵੇਂ ਕਮਾਏਂਗਾ, ਤੂੰ ਘਰ ਕਿਵੇਂ ਚਲਾਏਂਗਾ। ਆਪਾਂ ਇਹ ਵੀ ਸੁਣਿਆ ਮਾਸੀ ਲੱਖੋ ਆਈ, ਉਹ ਆਖਣ ਲੱਗੀ ਤੇਰਾ ਤੇ ਪੁੱਤਰ ਹੈ ਹੀ ਸਿੱਧਾ ਜਿਹਾ। ਸਿੱਧਾ ਇਹਦਾ ਮਤਲਬ ਹੈ ਪਾਗਲ, ਕਮਲਾ, ਵੀ ਇਹ ਤਾਂ ਇਹੋ ਜਿਹਾ ਹੈ। ਔਰ ਗੁਰੂ ਨਾਨਕ ਸਾਹਿਬ ਆਪ ਆਖਦੇ ਨੇ ਆਪਣੀ ਬਾਣੀ ਵਿੱਚ, ਕਿਸੇ ਨੇ ਮੈਨੂੰ ਭੂਤ ਨਾ ਆਖਿਆ, ਕਿਸੇ ਨੇ ਮੈਨੂੰ ਬੇਤਾਲਾ ਆਖਿਆ, ਕਿਸੇ ਨੇ ਮੈਨੂੰ ਕੁਰਾਈਆ ਆਖਿਆ, ਕਿਸੇ ਨੇ ਕੋਈ ਮੈਨੂੰ ਨਾਂ ਦਿੱਤਾ ਤੇ ਕਿਸੇ ਨੇ ਕੋਈ। ਕੇਵਲ ਨਾਂ ਹੀ ਨਹੀਂ ਦਿੱਤੇ, ਲੋਕਾਂ ਨੇ ਇੱਟਾਂ ਪੱਥਰ ਤੱਕ ਮੈਨੂੰ ਮਾਰੇ, ਕਿਸੇ ਨੇ ਮੈਨੂੰ ਜੇਲ੍ਹ ਵਿੱਚ ਬੰਦ ਕੀਤਾ। ਮੈਂ ਕਿਸੇ ਦਾ ਕੀ ਵਿਗਾੜਦਾ ਪਿਆ? ਸਿਰਫ ਇੱਕੋ ਗੱਲ ਏ ਕਿ ਮੈਂ ਸਿੱਧਾ ਰੱਬ ਦੇ ਰਾਹ ਤੇ ਤੁਰਿਆ। ਮੇਰੇ ਜੀਵਨ ਵਿੱਚ ਜਿਹੋ ਜਿਹੇ ਕਰਮ ਕਾਂਡ ਲੋਕੀ ਕਰਕੇ ਤੇ ਆਪਣਾ ਮਨ ਪਰਚਾਵਾ ਕਰ ਲੈਂਦੇ ਨੇ, ਮੈਂ ਉਹਦੇ ਹੱਕ ਵਿੱਚ ਨਹੀਂ ਆ। ਇਹ ਮਨ ਪਰਚਾਵਾ ਸਾਨੂੰ ਕਿਤੇ ਨਹੀਂ ਲੈ ਕੇ ਜਾਏਗਾ, ਸਗੋਂ ਸਾਨੂੰ ਇਸ ਦੁਨੀਆ ਦੀ ਮੋਹ ਮਾਇਆ ਦੇ ਭੰਬਲ ਭੂਸੇ ਵਿੱਚ ਪਾ ਕੇ ਖੁਆਰ ਕਰੇਗਾ। ਸੋ ਗੁਰੂ ਨਾਨਕ ਸਾਹਿਬ ਇਹ ਬਚਨ ਆਪ ਲਿਖਦੇ ਨੇ ਬਾਣੀ ਵਿੱਚ। ਫਿਰ ਅਸੀਂ ਵੇਖਦੇ ਹਾਂ ਭਾਈ ਲਹਿਣਾ ਜੀ, ਜਦੋਂ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨ ਕਰਨ ਲਈ ਜੰਮੂ ਵੱਲ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਵੱਡਾ ਸਾਥ ਹੈ, ਉਹ ਆਗੂ ਸਨ। ਜਾਂਦਿਆਂ ਰਸਤੇ ਵਿੱਚ ਕਿਤੇ ਕਰਤਾਰਪੁਰ ਸਾਹਿਬ ਦੇ ਲਾਗੋਂ ਲੰਘਣਾ ਸੀ, ਮਨ ਵਿੱਚ ਆਈ ਕਿ ਚਲੋ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਹੀ ਜਾਵਾਂ। ਪਹਿਲਾਂ ਉਹਨਾਂ ਬਾਰੇ ਬੜਾ ਸੁਣਿਆ, ਭਾਈ ਜੋਧ ਕੋਲੋਂ ਸੁਣਿਆ ਸੀ, ਹੋਰ ਸਿੱਖਾਂ ਕੋਲੋਂ ਸੁਣਿਆ ਸੀ, ਹੁਣ ਮੈਨੂੰ ਦਰਸ਼ਨ ਕਰ ਹੀ ਲੈਣੇ ਚਾਹੀਦੇ ਨੇ। ਮਨ ਵਿੱਚ ਇਹ ਗੱਲ ਬਣਾ ਕੇ ਪੱਕੀ ਕਰਕੇ ਕਿ ਹੁਣ ਮੈਂ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਜਾਵਾਂਗਾ, ਸਾਰੀ ਉਮਰ ਲੰਘ ਤੇ ਚੱਲੀ ਏ, ਖੱਟਿਆ ਕੀ ਏ, ਚਲੋ ਗੁਰੂ ਨਾਨਕ ਦੇ ਦਰਸ਼ਨ ਕਰਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ ਜਿਹੜੀ ਵਿਚਾਰਧਾਰਾ ਉਹਨਾਂ ਨੇ ਦਿੱਤੀ, ਉਸ ਨੂੰ ਸਮਝ ਕੇ ਇਉਂ ਪ੍ਰਤੀਤ ਹੋਇਆ ਕਿ ਇਹ ਇੱਕ ਸਿੱਧਾ ਤੇ ਸਾਦਾ ਰੱਬੀ ਰਸਤਾ ਹੈ, ਜਿਹਦੇ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਇਹ ਗੱਲ ਸਮਝ ਵਿੱਚ ਆਈ ਤੇ ਗੁਰੂ ਨਾਨਕ ਦੇ ਹੋ ਗਏ ਕਿ ਹੁਣ ਫਿਰ ਹੋਰ ਕਿੱਥੇ ਜਾਣਾ ਹੈ, ਇਹ ਘਰ ਹੀ ਠੀਕ ਹੈ। ਉਹ ਜਦੋਂ ਸਾਥ ਜਿਹੜਾ ਜਿਹਨੂੰ ਛੱਡ ਦਿੱਤਾ ਸੀ ਭਾਈ ਲਹਿਣਾ ਜੀ ਨੇ, ਜਦੋਂ ਦੇਵੀ ਦੇ ਦਰਸ਼ਨ ਕਰਕੇ ਵਾਪਸ ਘਰਾਂ ਨੂੰ ਆਏ, ਪਿੰਡ ਪਹੁੰਚੇ, ਖਡੂਰ ਆਏ, ਤੇ ਉਹਨਾਂ ਨੇ ਮਾਤਾ ਖੀਵੀ ਜੀ ਜੋ ਗੁਰੂ ਅੰਗਦ ਦੇਵ ਜੀ ਦੇ ਘਰ ਵਾਲੇ ਨੇ, ਉਹਨਾਂ ਨੂੰ ਬੜੀ ਪੁੱਠੀ ਮੱਤ ਪੜਾਈ ਵੀ ਖੀਵੀ ਤੇਰਾ ਪਤੀ ਨਾਨਕ ਤਪੇ ਕੋਲ ਚਲਾ ਗਿਆ। ਨਾਨਕ ਤਪਾ ਆਪ ਘਰ-ਬਾਰ ਛੱਡੀ ਫਿਰਦਾ ਹੈ, ਲੋਕੀ ਉਸ ਨੂੰ ਕੁਰਾਈਆ ਤੇ ਬੇਤਾਲਾ ਆਖਦੇ ਨੇ। ਇਹ ਵੀ ਘਰ-ਬਾਰ ਛੱਡ ਕੇ ਹੁਣ ਉੱਥੇ ਬਹਿ ਜਾਏਗਾ, ਤੇਰੇ ਕੰਮੋਂ ਗਿਆ, ਬੱਚਿਆਂ ਦੇ ਕੰਮੋਂ ਗਿਆ, ਇਹ ਹੁਣ ਘਰ ਦਾ ਕੰਮ ਨਹੀਂ ਕਰੇਗਾ। ਜਿਹੜੀ ਸਾਡੀ ਜੱਦੀ ਪੁਸ਼ਤੀ ਮਰਿਆਦਾ ਚੱਲੀ ਆਉਂਦੀ ਹੈ, ਦੇਵੀ ਦੇ ਦਰਸ਼ਨ ਕਰਨਾ, ਉੱਥੇ ਭੇਟਾਂ ਪੜਨੀਆਂ, ਹਰ ਸਾਲ ਜਾਣਾ, ਉਹਨੇ ਉਹ ਤਿਆਗ ਦਿੱਤੀ ਹੈ। ਗੱਲ ਕੀ, ਮਾਤਾ ਖੀਵੀ ਜੀ ਨੂੰ ਇਹੋ ਜਿਹੇ ਬਹੁਤ ਸਾਰੇ ਸ਼ਬਦ ਉਹਨਾਂ ਨੇ ਆਖੇ ਜਿਹੜੇ ਕੁਝ ਹੀ ਕਿਸਮ ਦੇ ਸਨ। ਮਾਤਾ ਖੀਵੀ ਜੀ ਬੜੇ ਠਰਮੇ ਵਾਲੇ ਸਨ, ਬੜੀ ਸਹਿਨਸ਼ੀਲਤਾ ਵਾਲੇ ਸਨ। ਉਹਨਾਂ ਦਾ ਨਾਂ ਗੁਰਬਾਣੀ ਵਿੱਚ ਸੱਤਾ ਬਲਵੰਡ ਜੀ ਹੋਰਾਂ ਨੇ ਲਿਖਿਆ, ਆਪਾਂ ਵਿਚਾਰਾਂਗੇ ਆਉਣ ਵਾਲੇ ਸਮੇਂ 'ਚ।
ਉਹਨਾਂ ਨੇ ਬੜੇ ਹੌਸਲੇ ਨਾਲ ਆਖਿਆ ਕਿ ਕੋਈ ਨਹੀਂ, ਤੁਸੀਂ ਇੰਨੇ ਦੁਖੀ ਨਾ ਹੋਵੋ। ਤਬ ਲੋਗੈ ਕਾਹੇ ਦੁੱਖ ਮਾਨਿਆ, ਵੀ ਪਤੀ ਮੇਰਾ ਚਲਾ ਗਿਆ ਨਾਨਕ ਤਪੇ ਕੋਲ, ਤੁਸੀਂ ਦੁਖੀ ਕਿਉਂ ਹੋ ਰਹੇ ਹੋ? ਤੁਹਾਨੂੰ ਪਰੇਸ਼ਾਨੀ ਕਿਹੜੀ ਗੱਲ ਦੀ? ਤੁਸੀਂ ਇਹੋ ਜਿਹੇ ਮਾੜੇ ਬੋਲ ਕਿਉਂ ਬੋਲਦੇ ਹੋ? ਕਮ ਸੇ ਕਮ ਮੇਰੇ ਪਤੀ ਨੂੰ ਘਰ ਤਾਂ ਆ ਲੈਣ ਦਿਓ। ਉਹ ਘਰ ਆਉਣਗੇ, ਮੈਂ ਉਹਨਾਂ ਨਾਲ ਗੱਲਬਾਤ ਕਰਾਂਗੀ, ਪੁੱਛਾਂਗੀ ਵੀ ਤੁਸੀਂ ਇਹ ਸਾਥ ਕਿਉਂ ਛੱਡ ਦਿੱਤਾ, ਨਾਨਕ ਤਪੇ ਦਾ ਸਾਥ ਕਿਉਂ ਅਪਣਾ ਲਿਆ, ਫਿਰ ਮੈਂ ਗੱਲ ਕਰਾਂਗੀ। ਜਦੋਂ ਕੁਝ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਖਿਆ ਕਿ ਭਾਈ ਲਹਿਣਾ ਜੀ, ਆਪਾਂ ਗ੍ਰਸਤੀ ਆਦਮੀ ਆ, ਤੁਹਾਡੇ ਵੀ ਬੱਚੇ ਨੇ, ਮੇਰੇ ਵੀ ਨੇ, ਤੁਹਾਡਾ ਵੀ ਮਾਤਾ ਪਿਤਾ, ਮੇਰਾ ਵੀ ਮਾਤਾ ਪਿਤਾ, ਹੋਰ ਭੈਣ ਭਰਾ, ਕੰਮ ਧੰਦਾ, ਉਹਦਾ ਵੀ ਆਪਾਂ ਧਿਆਨ ਰੱਖਣਾ, ਉਹਨੂੰ ਤਿਆਗਣਾ ਨਹੀਂ। ਤੁਸੀਂ ਇੱਕ ਵਾਰੀ ਘਰ ਜਾਓ, ਘਰ ਜਾ ਕੇ ਬੱਚਿਆਂ ਨੂੰ ਮਿਲੋ, ਘਰ ਵਾਲੀ ਨੂੰ ਮਿਲੋ, ਉਹਨਾਂ ਨੂੰ ਸੁੱਖ ਸਾਂਦ ਦਾ ਸੁਨੇਹਾ ਦਿਓ, ਨਾਲੇ ਕੰਮ ਧੰਦੇ ਦਾ ਧਿਆਨ ਵੀ ਰੱਖੋ, ਖਿਆਲ ਕਰੋ ਕਿ ਕੋਈ ਨੁਕਸਾਨ ਨਾ ਹੋਵੇ, ਤੇ ਘਰ ਜਾਓ। ਭਾਈ ਲਹਿਣਾ ਜੀ ਘਰ ਆਏ, ਖੀਵੀ ਜੀ ਬੜੇ ਪਿਆਰ ਨਾਲ ਮਿਲੇ ਤੇ ਗੱਲਬਾਤ ਪੁੱਛੀ ਕਿ ਲੋਕਾਂ ਨੇ ਮੈਨੂੰ ਆਹ ਗੱਲਾਂ ਆਖੀਆਂ ਨੇ ਤੁਹਾਡੇ ਬਾਰੇ। ਭਾਈ ਲਹਿਣਾ ਜੀ ਨੇ ਦੱਸਿਆ ਕਿ ਨਹੀਂ ਭਾਈ, ਇਹ ਤੇ ਮਾਰਗ ਬੜਾ ਸਿੱਧਾ ਏ, ਜਿਨ੍ਹਾਂ ਕੋਲ ਮੈਂ ਗਿਆ ਉਹ ਇਹੋ ਜਿਹੇ ਤਪੇ ਨਹੀਂ ਹਨ ਜਿਹੋ ਜਿਹੇ ਤੁਸੀਂ ਸਮਝਿਆ ਹੋਇਆ। ਉਹ ਕੋਈ ਧੂਣੀਆਂ ਨਹੀਂ ਤਪਾਉਂਦੇ, ਉਹ ਕੋਈ ਜਲ ਧਾਰੇ ਨਹੀਂ ਕਰਦੇ, ਉਹਨਾਂ ਨੇ ਕੋਈ ਘਰ ਬਾਹਰ ਨਹੀਂ ਛੱਡਿਆ ਹੋਇਆ, ਉਹ ਕਿਤੇ ਜੰਗਲ ਬੀਆਬਾਨ 'ਚ ਨਹੀਂ ਬੈਠੇ ਜਾ ਕੇ। ਉਹ ਤੇ ਲੋਕ ਸੇਵਾ ਕਰਦੇ ਨੇ ਤੇ ਪ੍ਰਭੂ ਦੇ ਸਿਮਰਨ ਦਾ ਰਾਹ ਲੋਕਾਂ ਨੂੰ ਵਿਖਾਉਂਦੇ ਨੇ। ਇਹ ਰਸਤਾ ਕੋਈ ਮਾੜਾ ਨਹੀਂ, ਸਗੋਂ ਉਹਨਾਂ ਨੇ ਆਪ ਮੈਨੂੰ ਘਰ ਭੇਜਿਆ ਕਿ ਘਰ ਦਾ ਕੰਮ ਵੀ ਨਹੀਂ ਛੱਡਣਾ, ਉਹ ਵੀ ਵੇਖਣਾ ਹੈ, ਉਹਦਾ ਵੀ ਧਿਆਨ ਰੱਖਣਾ ਹੈ, ਪਰਿਵਾਰ ਦਾ ਵੀ ਧਿਆਨ ਰੱਖਣਾ ਹੈ। ਸੋ ਮੈਂ ਹੁਣ ਕੋਈ ਤਿਆਗੀ ਨਹੀਂ ਬਣਨ ਲੱਗਾ, ਮੈਂ ਕੋਈ ਤਪਾ ਨਹੀਂ ਬਣਨ ਲੱਗਾ, ਸਗੋਂ ਮੈਨੂੰ ਤੇ ਸਾਰੀ ਜ਼ਿੰਦਗੀ ਜਿੱਥੇ ਮੈਂ ਜਾਂਦਾ ਰਿਹਾ ਮੇਰੇ ਮਨ ਦੀ ਤਸੱਲੀ ਨਹੀਂ ਸੀ ਹੁੰਦੀ। ਸਿਰਫ ਤੇ ਸਿਰਫ ਸਟੈਚੂ ਵੇਖਣਾ, ਪੱਥਰ ਦਾ ਬਣਿਆ ਹੋਇਆ ਬੁੱਤ ਵੇਖਣਾ, ਉਹਨੂੰ ਮੱਥਾ ਟੇਕ ਕੇ ਉਹਦੇ ਸਾਹਮਣੇ ਖਲੋ ਕੇ ਭੇਟਾਂ ਗਾ ਕੇ ਮੈਂ ਆ ਜਾਣਾ, ਪੱਲੇ ਗੱਲ ਨਹੀਂ ਸੀ ਪੈਂਦੀ। ਉਹਨੇ ਕਦੀ ਮੈਨੂੰ ਇੱਕ ਅੱਖਰ ਨਹੀਂ ਸੀ ਦੱਸਿਆ ਕਿ ਤੇਰੇ ਜੀਵਨ ਵਿੱਚ ਕੀ ਵਾਪਰਨਾ ਹੈ, ਕਿਵੇਂ ਤੇਰਾ ਜੀਵਨ ਸਫਲ ਹੋ ਸਕਦਾ ਹੈ। ਕਦੀ ਕੋਈ ਗੱਲ ਉਹਨੇ ਮੇਰੇ ਨਾਲ ਨਹੀਂ ਕੀਤੀ ਜਿਹਦੇ ਵਾਸਤੇ ਮੈਂ ਇੰਨੀ ਦੂਰ ਚੱਲ ਕੇ ਜਾਂਦਾ ਰਿਹਾ। ਕਈ ਲੋਕਾਂ ਦੇ ਮਨ ਵਿੱਚ ਇੱਕ ਤੌਖਲਾ ਹੈ ਵੀ ਗੁਰੂ ਗ੍ਰੰਥ ਸਾਹਿਬ ਵੀ ਤੇ ਉਸ ਤਰ੍ਹਾਂ ਹੀ ਅਸੀਂ ਮੱਥਾ ਟੇਕ ਕੇ ਚਲੇ ਜਾਂਦੇ ਹਾਂ। ਜਿਹੜੇ ਲੋਕ ਕੇਵਲ ਮੱਥਾ ਟੇਕ ਕੇ ਚਲੇ ਜਾਂਦੇ ਨੇ ਉਹਨਾਂ ਲਈ ਇਹ ਬੁੱਤ ਰੂਪ ਹੀ ਹੈ, ਕੋਈ ਵੀ ਫਰਕ ਨਹੀਂ। ਲੇਕਿਨ ਜਿਹੜੇ ਲੋਕ ਸਾਧ ਸੰਗਤ ਵਿੱਚ ਬਹਿ ਕੇ ਗੁਰੂ ਦੀ ਵਿਚਾਰਧਾਰਾ ਸੁਣਦੇ ਨੇ, ਆ ਜੋ ਆਪਾਂ ਬੋਲ ਰਹੇ ਹਾਂ, ਜੋ ਆਪਾਂ ਸੁਣ ਰਹੇ ਹਾਂ, ਜੋ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਰਿਹਾ ਹੈ। ਇਸ ਲਈ ਇਹਦੇ ਵਿੱਚ ਤੇ ਪੱਥਰ ਦੀ ਮੂਰਤੀ ਵਿੱਚ ਬੜਾ ਵੱਡਾ ਫਰਕ ਹੈ। ਇਸ ਨੂੰ ਕਦੇ ਵੀ ਐਸਾ ਨਾ ਸਮਝਣਾ ਕਿ ਇਹ ਮੂਰਤੀ ਤੁੱਲ ਹੈ, ਨਹੀਂ। ਉਹ ਮੂਰਤੀ ਤੁੱਲ ਲੋਕ ਨੇ ਜਿਹੜੇ ਇਸ ਨੂੰ ਖੋਲ ਕੇ ਪੜ੍ਹਦੇ ਨਹੀਂ। ਇਸ ਤਰ੍ਹਾਂ ਆਖਿਆ ਠੀਕ ਰਹੇਗਾ। ਸੋ ਅਸੀਂ ਗੁਰੂ ਬਾਣੀ ਨੂੰ ਖੋਲ ਕੇ ਪੜ੍ਹੀਏ, ਇਸ ਵਿੱਚੋਂ ਗਿਆਨ ਦਾ ਜਿਹੜਾ ਸੋਮਾ ਹੈ ਨਾ ਫੁੱਟ ਫੁੱਟ ਕੇ ਨਿਕਲ ਰਿਹਾ ਹੈ। ਜੇ ਆਪਾਂ ਧਿਆਨ ਨਾਲ ਪੜਾਂਗੇ, ਸਮਝਾਂਗੇ ਤੇ ਸਾਡਾ ਜੀਵਨ ਚੰਗਾ ਜੀਵਨ ਬਣ ਸਕਦਾ ਹੈ ਤੇ ਅਸੀਂ ਗੁਰਮਤਿ ਦੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਸੋ ਭਾਈ ਲਹਿਣਾ ਜੀ ਨੇ ਜਦੋਂ ਖੀਵੀ ਜੀ ਨਾਲ ਇਹ ਗੱਲਬਾਤ ਕੀਤੀ ਤੇ ਖੀਵੀ ਜੀ ਨੇ ਆਪ ਆਪਣੇ ਹੱਥੀਂ ਆਪਣੇ ਪਤੀ ਨੂੰ ਅਗਲੇ ਟਾਈਮ ਗੁਰੂ ਨਾਨਕ ਸਾਹਿਬ ਕੋਲ ਜਾਣ ਲਈ ਵਿਦਿਆ ਕੀਤਾ ਕਿ ਤੁਸੀਂ ਇੱਕ ਚੰਗਾ ਰਸਤਾ ਚੁਣਿਆ ਹੈ। ਗੱਲ ਇੰਨੀ ਕੁ ਸੀ ਕਿ ਜਦੋਂ ਕੋਈ ਮਨੁੱਖ ਇਸ ਚੰਗੇ ਰਾਹ ਤੇ ਤੁਰਦਾ ਹੈ ਤੇ ਦੁਨੀਆਦਾਰਾਂ ਵਾਲਾ ਰਸਤਾ ਜਿਹੜਾ ਨਾ ਉਹ ਇੱਕ ਵੱਖਰਾ, ਜੋ ਅਸੀਂ ਉੱਤੇ ਸਮਝ ਲਿਆ ਗੁਰੂ ਨਾਨਕ ਦੇ ਮਹਾਰਾਜ ਦੇ ਬਚਨਾਂ ਵਿੱਚੋਂ। ਜਦੋਂ ਕੋਈ ਮਨੁੱਖ ਉਹਨਾਂ ਦਾ ਸਾਥ ਛੱਡਦਾ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਸ ਲਈ ਉਹ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੰਦੇ ਨੇ। ਗੁਰੂ ਅਮਰਦਾਸ ਜੀ ਨੂੰ ਲੋਕਾਂ ਨੇ ਆਖਿਆ ਸੀ ਕਿ ਇਹ ਘਰੋਂ ਭੁੱਖਾ ਮਰਦਾ ਨਿਕਲ ਆਇਆ ਤੇ ਆ ਕੇ ਆਪਣੇ ਰਿਸ਼ਤੇਦਾਰਾਂ ਦੇ ਕੁੜਮਾਂ ਦੇ ਬੂਹੇ ਤੇ ਬੈਠਾ ਹੋਇਆ। ਇਹੋ ਜਿਹੇ ਬਚਨ ਉਹਨਾਂ ਨੂੰ ਵੀ ਸੁਣਨੇ ਪਏ। ਦਾਤੂ ਜੀ ਨੇ ਲੱਤ ਤੱਕ ਮਾਰੀ ਬਜ਼ੁਰਗ ਅਵਸਥਾ ਵਿੱਚ। ਤਬ ਲੋਗੈ ਕਾਹੇ ਦੁੱਖ ਮਾਨਿਆ, ਲੋਕਾਂ ਨੂੰ ਕੀ ਤਕਲੀਫ ਹੁੰਦੀ ਏ? ਬਸ ਆਹੋ ਹੀ ਤਕਲੀਫ ਹੈ ਕਿ ਇੱਕ ਕੂੰਜ ਸਾਡੀ ਡਾਰ ਵਿੱਚੋਂ ਨਿਕਲ ਕਿਉਂ ਜਾਏ।
ਇਹ ਵੀ ਇੱਥੇ ਹੀ ਫਸੀ ਰਵੇ। ਬਸ ਇੰਨੀ ਕੁ ਗੱਲ ਏ। ਆਓ ਹੁਣ ਅਗਲਾ ਬੰਦ ਨੰਬਰ 2 ਅਸੀਂ ਸਮਝਦੇ ਹਾਂ, ਜਿਸ ਵਿੱਚ ਭਗਤ ਕਬੀਰ ਸਾਹਿਬ ਆਖਦੇ ਨੇ, ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ। ਭਾਈ ਜੇ ਮੈਂ ਬਹੁਤ ਮੰਦਾ ਆਦਮੀ ਆ ਤੇ ਮੈਂ ਆਪਣੇ ਮਨ ਕਰਕੇ ਮੰਦਾ, ਮੈਂ ਕਮ ਸੇ ਕਮ ਮੰਦੀਆਂ ਚੀਜ਼ਾਂ ਬਾਹਰ ਤੇ ਨਹੀਂ ਫੈਲਾਉਂਦਾ। ਤੁਸੀਂ ਤੇ ਕਰਮ ਕਾਂਡ ਬਾਹਰ ਫੈਲਾ ਕੇ ਲੋਕਾਂ ਨੂੰ ਮੰਦੇ ਬਣਾ ਰਹੇ ਹੋ। ਹੁਣ ਜਦੋਂ ਅਸੀਂ ਭੋਗ ਲਵਾਉਂਦੇ ਹਾਂ ਮੂਰਤੀ ਨੂੰ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ? ਕੀ ਕੋਈ ਖਾਂਦਾ ਹੈ? ਗੁਰੂ ਗ੍ਰੰਥ ਸਾਹਿਬ ਭੋਜਨ ਛਕਦੇ ਨੇ? ਕੀ ਉਹ ਮੂਰਤੀ ਭੋਜਨ ਖਾਂਦੀ ਹੈ ਜਿਹਨੂੰ ਭੋਗ ਲਵਾਇਆ ਜਾਂਦਾ ਹੈ? ਕਦੀ ਸੋਚੋ ਤੇ ਸਹੀ। ਦੁਨੀਆ ਦੇ ਲੋਕ ਸੋਚਣ ਦੀ ਬਜਾਏ ਜਿਹੜਾ ਬੰਦਾ ਇਹੋ ਜਿਹੀ ਗੱਲ ਕਰੇਗਾ ਵੀ ਇਹ ਕਰਮ ਕਾਂਡ ਏ, ਉਹਦੇ ਖਿਲਾਫ ਖੜੇ ਹੋ ਜਾਣਗੇ। ਬਸ ਇੰਨੀ ਕਿਤੇ ਗੱਲ ਏ। ਆਹ ਲੋਕਾਂ ਨੂੰ ਤਕਲੀਫ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਹ ਬਹੁਤ ਵਧੀਆ ਕਰ ਰਹੇ ਹਾਂ, ਤੇ ਕੌਣ ਕੋਈ ਹੋਵੇ ਇਹਦੇ ਵਿਰੋਧ ਵਿੱਚ ਖਲੋਣ ਵਾਲਾ। ਭਗਤ ਕਬੀਰ ਜੀ ਉਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਤਕੜੇ ਹੋ ਕੇ ਖਲੋ ਗਏ, ਔਰ ਐਸੇ ਖਲੋਤੇ ਸਾਰੀ ਜ਼ਿੰਦਗੀ ਉਹਨਾਂ ਨੇ ਆਪਣਾ ਸਟੈਂਡ ਨਹੀਂ ਬਦਲਿਆ, ਖਲੋਤੇ ਰਹੇ। ਸਗੋਂ ਇੱਥੋਂ ਤੱਕ ਕਿ ਬਾਹਮਣ ਇਹ ਗੱਲ ਕਹਿ ਰਿਹਾ ਸੀ ਕਿ ਜੇ ਹੜੰਬੇ ਵਿੱਚ ਕੋਈ ਮਰੇਗਾ ਤੇ ਉਹ ਮਾੜੀਆਂ ਨੀਵੀਆਂ ਖੋਤੇ ਦੀ ਜਾਤ ਵਿੱਚ, ਜੂਨੀ ਵਿੱਚ ਕਹਿ ਰਹੇ ਸੀ ਉਹ, ਤੇ ਪਰ ਚਲੋ ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਉਹ ਨੀਵੀਆਂ ਜੂਨੀਆਂ ਵਿੱਚ ਚਲਾ ਜਾਏਗਾ। ਜੇ ਕੋਈ ਕਾਂਸ਼ੀ ਵਿੱਚ ਮਰੇਗਾ ਤੇ ਉਸ ਨੂੰ ਸਵਰਗ ਮਿਲੇਗਾ। ਇਹ ਕਰਮ ਕਾਂਡ ਨਹੀਂ ਤੇ ਹੋਰ ਇਹ ਕੀ ਹੈ? ਮਤਲਬ ਸਿਰਫ ਇੰਨਾ ਸੀ ਕਿ ਅਮੀਰ ਲੋਕ ਕਾਂਸ਼ੀ ਵਿੱਚ ਆ ਕੇ ਸਾਨੂੰ ਆਪਣਾ ਧਨ ਪਦਾਰਥ ਦੇ ਕੇ ਇੱਥੇ ਮਰ ਮੁੱਕ ਜਾਣ ਤੇ ਸਾਡੀ ਚਾਂਦੀ ਬਣ ਜਾਏ। ਬਸ ਇੰਨੀ ਗੱਲ ਸੀ। ਕਬੀਰ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ, ਔਰ ਉਹ ਕਹਿੰਦੇ ਨੇ, ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗ ਹਰ ਉਠਾਇਆ। ਜਦੋਂ ਮੇਰਾ ਉਹ ਵਕਤ ਆਇਆ ਕਿ ਹੁਣ ਸਰੀਰ ਦਾ ਅੰਤ ਕਾਲ ਹੈ, ਅੰਤ ਸਮਾਂ ਆ ਗਿਆ ਹੈ, ਤੇ ਕਬੀਰ ਜੀ ਕਾਂਸ਼ੀ ਛੱਡ ਕੇ ਉੱਥੇ ਹੜੰਬੇ ਚਲੇ ਗਏ ਸੀ, ਮਗਹਰ ਵੀ ਉਹਨੂੰ ਆਖਦੇ ਨੇ, ਉੱਥੇ ਚਲੇ ਗਏ ਸੀ ਵੀ ਮੈਂ ਵੇਖਦਾ, ਮੈਂ ਲੋਕਾਂ ਨੂੰ ਦੱਸਦਾ ਕਿ ਕਦੀ ਕਿਸੇ ਥਾਂ ਤੇ ਸਰੀਰ ਤਿਆਗਣ ਨਾਲ ਨਾ ਸਵਰਗ ਮਿਲਦਾ ਨਾ ਨਰਕ ਮਿਲਦਾ, ਸਗੋਂ ਸਵਰਗ ਤੇ ਨਰਕ ਸਾਡੇ ਕਰਮਾਂ ਕਰਕੇ ਮਿਲਦਾ ਹੈ। ਤੇ ਸਵਰਗ ਤੇ ਨਰਕ ਮਿਲਦਾ ਵੀ ਇਸੇ ਜੀਵਨ ਵਿੱਚ, ਮਰਨ ਤੋਂ ਬਾਅਦ ਦੀ ਗੱਲ ਨਹੀਂ। ਉਹ ਕਬੀਰ ਜੀ ਨੇ ਉਹ ਵੀ ਗੱਲ ਬੜੀ ਕਲੀਅਰ ਕਰ ਦਿੱਤੀ ਹੈ ਕਿ ਇਹ ਜਿਹੜੇ ਨਰਕ ਤੇ ਸਵਰਗ ਨੇ, ਸੰਤਨ ਦੋ ਇਰਾਦੇ, ਅਸੀਂ ਇਹਨਾਂ ਦੋਹਾਂ ਨੂੰ ਰੱਦ ਕਰਦੇ ਹਾਂ। ਨਾ ਤੇ ਕਿਤੇ ਸਵਰਗ ਨੇ ਉੱਤੇ, ਨਾ ਉੱਤੇ ਕਿਤੇ ਨਰਕ ਨੇ। ਇਸ ਜੀਵਨ ਵਿੱਚ ਹੀ ਜੋ ਸਾਨੂੰ ਮਿਲਦਾ ਹੈ, ਜੇ ਦੁਖੀ ਜੀਵਨ ਬਤੀਤ ਕਰ ਰਹੇ ਹਾਂ ਤੇ ਨਰਕ ਵਿੱਚ ਪਏ ਹੋਏ ਹਾਂ, ਜੇ ਜ਼ਿੰਦਗੀ ਵਿੱਚ ਸੁੱਖ ਬਣਿਆ, ਰੱਬ ਦੀ ਯਾਦ ਬਣੀ ਹੈ, ਤੇ ਇਸ ਤੋਂ ਵੱਡਾ ਹੋਰ ਸਵਰਗ ਕਿਹੜਾ ਹੋ ਸਕਦਾ ਹੈ? ਸੋ ਇਹ ਬਚਨ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਹਮ ਮੰਦੇ ਮੰਦੇ ਮਨ ਮਾਹੀ। ਜੇ ਬਈ ਤੁਹਾਨੂੰ ਮੈਂ ਬਹੁਤ ਬੁਰਾ ਲੱਗ ਰਿਹਾ ਤੇ ਫਿਰ ਮੈਂ ਆਪਣੇ ਮਨ ਵਿੱਚ ਹੀ ਹਾਂ, ਤੁਹਾਨੂੰ ਤੇ ਮੈਂ ਕੁਛ ਨਹੀਂ ਕਹਿ ਰਿਹਾ। ਸਾਂਝ ਪਾਤ ਕਾਹੂ ਸਿਓ ਨਾਹੀ। ਜਿਹੜੇ ਇਹੋ ਜਿਹੇ ਲੋਕ ਕਰਮਕਾਂਡੀ ਨੇ, ਮੇਰੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ, ਉਹਨਾਂ ਨਾਲ ਮੇਰਾ ਕੋਈ ਮੇਲ ਮਿਲਾਪ ਨਹੀਂ, ਮੇਰਾ ਕੋਈ ਵਰਤੋਂ ਵਿਹਾਰ ਨਹੀਂ। ਤੇ ਇਸ ਕਰਕੇ ਬਈ ਤੁਸੀਂ ਕਿਉਂ ਦੁਖੀ ਹੋ ਰਹੇ ਹੋ? ਆਪਣਾ ਹੀ ਖੂਨ ਕਿਉਂ ਸਾੜ ਰਹੇ ਹੋ? ਨਾ ਸਾੜੋ। ਗੁਰੂ ਨਾਨਕ ਸਾਹਿਬ ਕੀ ਆਖਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਰਮਾਤਮਾ ਸਾਡਾ ਸਭਨਾਂ ਦਾ ਭਲਾ ਕਰਨ ਵਾਲਾ ਏ। ਪਰਮਾਤਮਾ ਦੇ ਰਸਤੇ ਤੇ ਤੁਰਿਆਂ ਅਸੀਂ ਚੰਗੇ ਇਨਸਾਨ ਬਣ ਸਕਦੇ ਹਾਂ। ਤੇ ਜਦੋਂ ਮਨੁੱਖ ਕੋਈ ਚੰਗਾ ਇਨਸਾਨ ਬਣ ਜਾਂਦਾ ਹੈ, ਉਦੋਂ ਉਹਦੇ ਮਨ ਵਿੱਚ ਨਿਮਰਤਾ ਆ ਜਾਂਦੀ ਹੈ। ਨਿਮਰਤਾ ਆ ਜਾਣ ਦੀ ਇਹ ਨਿਸ਼ਾਨੀ ਹੈ ਕਿ ਬੰਦਾ ਕਹਿ ਉੱਠਦਾ ਹੈ, ਹਮ ਨਹੀਂ ਚੰਗੇ, ਵੀ ਮੈਂ ਕੋਈ ਤੁਹਾਡੇ ਨੂੰ ਜ਼ਿਆਦਾ ਚੰਗਾ ਨਹੀਂ, ਤੁਸੀਂ ਕੋਈ ਮਾੜੇ ਨਹੀਂ। ਪਰ ਗੱਲ ਤੇ ਕਰਮਾਂ ਉੱਪਰ ਨਿਬੜਿਆ ਨਾ, ਨਿਬੇੜਾ ਤੇ ਕਰਮਾਂ ਦੇ ਉੱਤੇ ਜਾ ਕੇ ਹੋਣਾ ਹੈ। ਤੇ ਕਰਮ ਅਸੀਂ ਕਿਹੋ ਜਿਹੇ ਕਰ ਰਹੇ ਹਾਂ, ਇਹ ਗੱਲ ਵੇਖਣ ਵਾਲੀ ਹੈ। ਸੋ ਭਗਤ ਕਬੀਰ ਸਾਹਿਬ ਜੀ ਬੰਦ ਨੰਬਰ 2 ਵਿੱਚ ਆਪਣੀ ਨਿਮਰਤਾ ਨੂੰ ਸਾਡੇ ਸਾਹਮਣੇ ਰੱਖਦੇ ਨੇ ਤੇ ਆਖਦੇ ਨੇ, ਭਈ ਜੇ ਮੈਂ ਮੰਦਾ ਹਾਂ ਤੇ ਮੈਂ ਮੰਦਾ ਹੀ ਠੀਕ ਹਾਂ, ਹੈ ਨਾ। ਮੇਰੀ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਤੁਹਾਡੇ ਨਾਲ, ਕਿਉਂਕਿ ਤੁਸੀਂ ਤੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਧੱਕੇ ਮਾਰ ਕੇ ਮਨੁੱਖਤਾ ਵਿੱਚੋਂ ਹੀ ਬਾਹਰ ਕੱਢਿਆ ਹੋਇਆ ਹੈ। ਔਰ ਤੁਹਾਨੂੰ ਇਹ ਤੇ ਪਤਾ ਹੀ ਹੈ, ਆਪਾਂ ਕਬੀਰ ਸਾਹਿਬ ਦਾ ਇਤਿਹਾਸ ਅੱਗੇ
ਜੋ ਕਬੀਰ ਜੀ ਨੇ ਖੁਦ ਲਿਖਿਆ ਹੋਇਆ ਹੈ, ਗੁਰਬਾਣੀ ਦੇ ਅੰਦਰ ਉਸ ਨੂੰ ਵਾਚਾਂਗੇ ਤੇ ਸਮਝ ਆ ਜਾਏਗੀ ਕਿ ਕਬੀਰ ਜੀ ਦੇ ਨਾਲ ਇਹਨਾਂ ਲੋਕਾਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਵਧੀਕੀਆਂ ਕੀਤੀਆਂ ਨੇ। ਇੱਥੋਂ ਤੱਕ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਜਕੜ ਕੇ ਉਹਨਾਂ ਨੂੰ ਹਾਥੀ ਦੇ ਅੱਗੇ ਸੁੱਟਿਆ ਕਿ ਹਾਥੀ ਇਸ ਨੂੰ ਮਾਰ ਦੇਵੇ, ਕਿਉਂਕਿ ਇਹ ਸੰਸਾਰੀਆਂ ਵਾਲੀ ਕਾਰ ਨਹੀਂ ਕਰਦਾ, ਇਹ ਸਾਡੇ ਕਰਮ ਕਾਂਡਾਂ ਦੀ ਨਿਖੇਧੀ ਕਰਦਾ ਹੈ, ਇਹ ਸਾਡੇ ਦੇਵੀ ਦੇਵਤਿਆਂ ਦਾ ਪਾਜ ਉਗੇੜਦਾ ਹੈ, ਇਹ ਜਿਹੜੇ ਕਰਮ ਅਸੀਂ ਕਰਕੇ ਕਹਿੰਦੇ ਆ ਸਵਰਗਾਂ ਨੂੰ ਜਾਈਦਾ ਹੈ, ਇਹ ਕਹਿੰਦਾ ਤੁਸੀਂ ਨਰਕਾਂ ਵਿੱਚ ਪਵੋਗੇ। ਇਸ ਲਈ ਉਹਨੂੰ ਹਾਥੀ ਅੱਗੇ ਹੱਥ ਪੈਰ ਬੰਨ੍ਹ ਕੇ ਸੁੱਟ ਦਿੱਤਾ। ਕਬੀਰ ਜੀ ਨੇ ਆਪ ਲਿਖਿਆ ਵੀ ਮੈਂ ਤੇ ਕੁਛ ਨਹੀਂ ਆਖਿਆ, ਰੱਬ ਦੀ ਰਜ਼ਾ ਐਸੀ ਹੋਈ। ਜਿਹੜਾ ਹਾਥੀ ਸੀ ਉਹ ਹਸਤੀ ਪੋਟ ਲੈ ਨਮਸਕਾਰੇ। ਹਾਥੀ ਆਇਆ, ਮੇਰੀ ਪੋਟ ਬੰਨੀ ਹੋਈ ਸੀ, ਹੱਥ ਪੈਰ ਬੰਨ੍ਹ ਕੇ ਸੁੱਟਿਆ ਹੋਇਆ ਸੀ ਜ਼ਮੀਨ ਤੇ, ਉਹ ਨਮਸਕਾਰ ਕਰਕੇ ਪਿੱਛੇ ਮੁੜ ਗਿਆ। ਕਬੀਰ ਜੀ ਨੂੰ ਗੰਗਾ ਵਿੱਚ ਸੁੱਟਿਆ ਗਿਆ, ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ। ਉਹ ਆਪ ਲਿਖਦੇ ਨੇ ਕਿ ਮੈਨੂੰ ਪਾਣੀ ਵਿੱਚ ਡੁਬੋਇਆ ਗਿਆ ਪਰ ਰੱਬ ਨੇ ਮੈਨੂੰ ਬਚਾ ਲਿਆ, ਮੇਰੀਆਂ ਜੰਜੀਰਾਂ ਟੁੱਟ ਗਈਆਂ ਤੇ ਮੈਂ ਪਾਣੀ ਦੇ ਉੱਤੇ ਤਰ ਪਿਆ। ਸੋ ਇਹ ਸਾਰਾ ਕੁਝ ਕਬੀਰ ਜੀ ਨਾਲ ਵਾਪਰਿਆ ਉਹਨਾਂ ਦੇ ਜੀਵਨ ਵਿੱਚ। ਇਹ ਹੈ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਕਤਲ ਕੀਤਾ? ਸੰਸਾਰੀਆਂ ਦਾ ਤੇ ਭਗਤਾਂ ਦਾ ਜੋੜ ਨਹੀਂ ਆਉਂਦਾ। ਗੁਰੂ ਅਰਜਨ ਦੇਵ ਜੀ ਨੂੰ ਕਿਉਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ? ਜੋੜ ਨਹੀਂ ਆ ਰਿਹਾ। ਉਹ ਝੂਠ ਦਾ ਆਸਰਾ ਲੈਂਦੇ ਨੇ, ਭਗਤ ਜਿਹੜੇ ਨੇ ਉਹ ਸੱਚ ਦਾ ਸਹਾਰਾ ਲੈਂਦੇ ਨੇ, ਸੱਚ ਦਾ ਪੱਲਾ ਫੜਦੇ ਨੇ। ਗੱਲ ਇੰਨੀ ਕੀ ਹੈ। ਸੋ ਇਸ ਲਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਜਦੋਂ ਇਹਨਾਂ ਨੂੰ ਸੋਝੀ ਆਏਗੀ ਇਹ ਵੀ ਇਹਨਾਂ ਕਰਮ ਕਾਂਡਾਂ ਨੂੰ ਛੱਡ ਕੇ ਰੱਬ ਦੇ ਰਾਹ ਤੇ ਤੁਰ ਪੈਣਗੇ। ਜਿੰਨਾ ਚਿਰ ਨਹੀਂ ਸਮਝ ਆਉਂਦੀ ਇਹਨਾਂ ਨੂੰ ਮੈਂ ਬੁਰਾ ਕਿਵੇਂ ਆਖਾਂ, ਇਹਨਾਂ ਵਿੱਚ ਵੀ ਤੇ ਰੱਬ ਹੀ ਵਸਦਾ ਹੈ। ਪਰ ਵਿਚਾਰਧਾਰਾ ਆਪਣੀ, ਉਸ ਦਾ ਤਿਆਗ ਉਹਨਾਂ ਨਹੀਂ ਕੀਤਾ। ਇਹ ਗੱਲ ਆਪਾਂ ਯਾਦ ਰੱਖਣੀ ਹੈ ਕਿ ਜੋ ਸਾਨੂੰ ਗੁਰਮਤ ਵਿਚਾਰਧਾਰਾ ਦੇ ਰਹੀ ਹੈ ਉਸ ਦਾ ਤਿਆਗ ਨਹੀਂ ਕਰਨਾ ਤੇ ਕਿਸੇ ਦੇ ਨਾਲ ਵੈਰ ਵਿਰੋਧ ਵੀ ਨਹੀਂ ਰੱਖਣਾ, ਕਿਸੇ ਨੂੰ ਬੁਰਾ ਵੀ ਨਹੀਂ ਆਖਣਾ। ਹਾਂ, ਜੋ ਕੋਈ ਕਰਦਾ ਕਰੀ ਜਾਏ, ਪਰ ਜੋ ਸੁਣੇ ਗੱਲ ਤੁਹਾਡੀ ਤੇ ਕਹਿ ਦੇਣਾ ਚਾਹੀਦਾ ਕਿ ਵੀਰ ਜੋ ਤੂੰ ਕਰ ਰਿਹਾ ਹੈ ਇਹ ਚੰਗਾ ਨਹੀਂ, ਇਹ ਤੈਨੂੰ ਕਿਤੇ ਲੈ ਕੇ ਨਹੀਂ ਜਾਏਗਾ। ਬੰਦ ਨੰਬਰ 3 ਵਿੱਚ ਭਗਤ ਜੀ ਆਖਦੇ ਨੇ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੈ ਗੋਪਾਜ। ਪਾਜ ਮੈਨੇ ਪੜਦਾ, ਜਦੋਂ ਪਰਦਾ ਫਾਸ਼ ਹੋਏਗਾ ਉਦੋਂ ਪਤਾ ਲੱਗੇਗਾ। ਪਰਦਾ ਫਾਸ਼ ਕਿੱਥੇ ਹੋਣਾ ਹੈ? ਸੱਚੀ ਦਰਗਾਹ ਆਪਾਂ ਤੇ ਇਸ ਨੂੰ ਹੀ ਮੰਨਦੇ ਹਾਂ, ਇਹਦੇ ਵਿੱਚ ਹੀ ਪਰਦਾ ਫਾਸ਼ ਹੋ ਜਾਂਦਾ ਬੰਦੇ ਦਾ। ਜਿਹਦੇ ਅੰਦਰ ਗੁਨਾਹ ਹੁੰਦੇ ਨੇ ਉਹ ਗੁਨਾਹ ਆਖਰ ਜ਼ਾਹਰ ਹੋ ਜਾਂਦੇ ਨੇ, ਉਹ ਛਿਪੇ ਹੋਏ ਨਹੀਂ ਰਹਿੰਦੇ। ਸੋ ਭਗਤ ਜੀ ਆਖਦੇ ਨੇ ਪਤ ਅਪਤ, ਵੀ ਮੈਨੂੰ ਤੇ ਇਸ ਦੀ ਕੋਈ ਪਰਵਾਹ ਨਹੀਂ। ਇੱਥੇ ਜਿਹੜਾ ਲਾਜ ਸ਼ਬਦ ਹੈ ਨਾ, ਵੈਸੇ ਲਾਜ ਦੇ ਅਰਥ ਹੁੰਦੇ ਨੇ ਸ਼ਰਮ। ਮੈਨੂੰ ਇਹਦੀ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ ਕਿ ਤੁਸੀਂ ਮੈਨੂੰ ਇੱਜ਼ਤ ਦਿੰਦੇ ਹੋ ਕਿ ਮੇਰੀ ਬੇਇੱਜ਼ਤੀ ਕਰਦੇ ਹੋ। ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਸ ਗੱਲ ਦੀ ਸਮਝ ਉਦੋਂ ਆਏਗੀ ਤੁਹਾਨੂੰ ਜਦੋਂ ਤੁਹਾਡੇ ਪਾਜ ਉਗੜਨਗੇ। ਅਸੀਂ ਬਾਬਾ ਫਰੀਦ ਜੀ ਦੇ ਬਚਨਾਂ ਰਾਹੀਂ ਇਸ ਗੱਲ ਨੂੰ ਹੋਰ ਚੰਗਾ ਸਮਝ ਲੈਂਦੇ ਹਾਂ। ਫਰੀਦ ਜੀ ਆਖਦੇ ਨੇ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਨ। ਆਟਾ ਅਗਲਾ ਤੋਂ ਅਗਲਾ ਦਾ ਭਾਵ ਹੁੰਦਾ ਹੈ ਬਹੁਤ ਜ਼ਿਆਦਾ, ਤੇ ਇੱਥੇ ਆਟਾ ਪ੍ਰਤੀਕ ਹੈ ਤੁਹਾਡੀ ਜਾਇਦਾਦ ਦਾ। ਤੁਹਾਡੇ ਘਰ ਕਿੰਨੇ ਕੁ ਦਾਣੇ ਨੇ? ਇਹ ਤੇ ਇੱਕ ਮੁਹਾਵਰਾ ਵੀ ਸੀ ਨਾ ਪੰਜਾਬੀ ਦਾ, ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਦੇ ਕਮਲੇ ਵੀ ਸਿਆਣੇ ਹੀ ਲੱਗਦੇ ਨੇ ਜਿਹਦੀ ਕੋਠੀ 4 ਦਾਣੇ ਹੋਣ, ਜਿਹਦੇ ਘਰ ਖਾਣ ਨੂੰ ਆਟਾ ਹੋਵੇ। ਮਤਲਬ ਆ ਇੱਥੇ ਜਿਹਦੇ ਕੋਲ 4 ਪੈਸੇ ਹੋਣ, ਜਿਹਦੀ ਪੇਟੀ ਵਿੱਚ, ਜਿਹਦੀ ਕੋਠੀ ਵਿੱਚ ਆਟਾ ਹੋਵੇ, 4 ਦਾਣੇ ਹੋਣ, ਉਹਦੇ ਕਮਲੇ ਵੀ ਸਿਆਣੇ ਬਣ ਜਾਂਦੇ ਨੇ। ਉਹਨਾਂ ਦੇ ਕੀਤੇ ਹੋਏ ਕਰਮ ਕਾਂਡ ਵੀ ਲੋਕਾਂ ਨੂੰ ਪਸੰਦ ਆਉਂਦੇ ਨੇ। ਪਰ ਜਿਹਦੇ ਕੋਲ ਆ ਦੁਨਿਆਵੀ ਧਨ ਨਾ ਹੋਵੇ, ਉਹ ਭਗਤ ਕਬੀਰ ਜਿੰਨੀ ਉੱਚੀ ਅਵਸਥਾ ਦਾ ਮਾਲਕ ਭਾਵੇਂ ਹੋਵੇ, ਲੋਕ ਉਹਨੂੰ ਪਸੰਦ ਨਹੀਂ ਕਰਦੇ। ਉਹਨੂੰ ਧੱਕੇ ਮਾਰ ਕੇ ਘਰੋਂ ਤੇ ਪਿੰਡੋਂ ਬਾਹਰ ਕੱਢਣ ਨੂੰ ਤਿਆਰ ਹੁੰਦੇ ਨੇ। ਸੋ ਇਹ ਗੱਲ ਬਾਬਾ ਫਰੀਦ ਜੀ ਦੱਸ ਰਹੇ ਨੇ
ਇੱਕ ਨਾ ਆਟਾ ਅਗਲਾ, ਇੱਕ ਨਾ ਕੋਲ ਬਹੁਤ ਸਾਰਾ ਧਨ ਪਦਾਰਥ, ਇੱਕ ਨਾ ਨਾਹੀਂ ਲੋਨ, ਇੱਕ ਨਾ ਕੋਲ ਜਿੰਨਾ ਆਟੇ ਵਿੱਚ ਲੂਣ ਹੁੰਦਾ ਹੈ ਓਨਾ ਵੀ ਨਹੀਂ। ਇੱਕ ਨਾ ਕੋਲ ਤੇ ਅੰਬਾਰ ਲੱਗੇ ਪਏ ਨੇ, ਇੱਕ ਨਾ ਕੋਲ ਰਾਤ ਨੂੰ ਸ਼ਾਮ ਦੀ ਰੋਟੀ ਪਕਾਉਣ ਜੋਗਾ ਵੀ ਆਟਾ ਨਹੀਂ। ਪਰ ਅੱਗੇ ਗਏ ਸਿੰਜਾਪ ਸਨ, ਚੋਟਾਂ ਖਾਸੀ ਕੌਣ। ਇਹ ਇਕੱਠਾ ਕਿਵੇਂ ਕੀਤਾ ਪਤਾ ਤੇ ਉਦੋਂ ਲੱਗਣਾ ਜਦੋਂ ਸਿਰ ਤੇ ਪਈ। ਇਹ ਗੱਲ ਭਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਧਰਮ ਦੀ ਕਿਰਤ ਵੱਲ ਧਿਆਨ ਦਿਓ, ਨੇਕ ਨੀਅਤੀ ਨਾਲ ਕੰਮ ਕਰੋ, ਚੰਗੇ ਇਨਸਾਨ ਬਣੋ, ਫਿਰ ਦਰਗਾਹ ਵਿੱਚ ਤੁਹਾਨੂੰ ਰੇ ਰੇ ਦਰਗਾਹ ਕਹੈ ਨਾ ਕੋ। ਆਓ ਬੈਠ ਆਦਰ ਸ਼ੁਭ ਦੇਉ। ਜੇ ਤੁਸੀਂ ਚੰਗੇ ਇਨਸਾਨ ਬਣ ਕੇ ਵਾਹਿਗੁਰੂ ਦੀ ਭਗਤੀ ਕਰਕੇ ਦਸਾਂ ਨੂੰਆਂ ਦੀ ਕਿਰਤ ਕਰਕੇ ਜੀਵਨ ਨਿਰਵਾਹ ਕਰਦੇ ਹੋ ਤੇ ਫਿਰ ਇਸ ਰੱਬੀ ਦਰਗਾਹ ਦੇ ਵਿੱਚ ਤੁਹਾਨੂੰ ਰੇ ਰੇ ਕੋਈ ਨਹੀਂ ਆਖੇਗਾ, ਓਏ ਓਏ ਵਾਲੇ ਸ਼ਬਦ ਤੁਹਾਡੇ ਲਈ ਕੋਈ ਨਹੀਂ ਵਰਤੇਗਾ, ਭਾਵ ਤੁਹਾਡਾ ਨਿਰਾਦਰ ਨਹੀਂ ਹੋਏਗਾ। ਤੁਹਾਨੂੰ ਹਰ ਥਾਂ ਤੇ ਆਦਰ ਸਤਿਕਾਰ ਤੇ ਸਨਮਾਨ ਮਿਲੇਗਾ। ਤੇ ਨਹੀਂ ਤੇ ਤਬ ਜਾਣੋਗੇ ਜਬ ਉਗਰੇ ਗੋਪਾਜ। ਜਦੋਂ ਪਰਦਾ ਖੁੱਲੇਗਾ ਫਿਰ ਤੁਹਾਨੂੰ ਹੀ ਪਤਾ ਲੱਗ ਜਾਏਗਾ ਮੈਂ ਕਿੱਥੇ ਖੜਾ ਤੇ ਤੁਸੀਂ ਕਿੱਥੇ ਖੜੇ ਹੋ। ਬੰਦ ਨੰਬਰ 4 ਤੇ ਅਖੀਰਲਾ ਬੰਦ ਹੈ ਸ਼ਬਦ ਦਾ, ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਇਹ ਰਸਤਾ ਹੈ ਜਿਹੜਾ ਭਗਤ ਕਬੀਰ ਸਾਹਿਬ ਨੇ ਅਪਣਾਇਆ, ਕੇਵਲ ਰਾਮ, ਭਜ ਕੇਵਲ ਰਾਮ, ਹੋਰ ਕੋਈ ਗੱਲ ਨਹੀਂ। ਕਹੋ ਕਬੀਰ ਪਤ ਹਰ ਪ੍ਰਵਾਨ। ਕਬੀਰ ਸਾਹਿਬ ਆਖਦੇ ਨੇ ਕਿ ਸਹੀ ਮਾਇਨਿਆਂ ਵਿੱਚ ਉਹ ਇੱਜ਼ਤ ਹੁੰਦੀ ਏ ਜਿਸ ਇੱਜ਼ਤ ਨਾਲ ਬੰਦਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜਿਹੜੀ ਆ ਦੁਨਿਆਵੀ ਇੱਜ਼ਤ ਹੈ ਨਾ, ਵੱਡਾਪਨ, ਇਹਨੂੰ ਪੈਰਾਂ ਵਿੱਚ ਰੁਲਦਿਆਂ ਬਹੁਤੀ ਦੇਰ ਨਹੀਂ ਲੱਗਦੀ ਹੁੰਦੀ। ਸਰਬ ਤਿਆਗ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਹੇ ਨੇ ਕਿ ਬਾਕੀ ਸਾਰੇ ਕਰਮ ਕਾਂਡ ਛੱਡ ਦਿਓ। ਸਰਬ ਤਿਆਗ ਦਾ ਮਤਲਬ ਇਹ ਨਹੀਂ ਲੈਣਾ ਵੀ ਘਰ ਬਾਹਰ ਛੱਡ ਕੇ ਕਿਤੇ ਚਲੇ ਜਾਓ, ਨਹੀਂ। ਬਾਕੀ ਸਾਰੇ ਕਰਮ ਕਾਂਡ ਤਿਆਗੋ, ਇੱਕ ਪ੍ਰਮਾਤਮਾ ਦੀ ਭਗਤੀ ਵਿੱਚ ਜੁੜੋ, ਪ੍ਰਮਾਤਮਾ ਦੇ ਨਾਮ ਵਿੱਚ ਜੁੜੋ ਜਿਸ ਲਈ ਤੁਸੀਂ ਸੰਸਾਰ ਵਿੱਚ ਆਏ ਹੋ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਲਾਹੇ ਕਾਰਨ ਆਇਆ ਜਗ। ਤੂੰ ਸੰਸਾਰ ਵਿੱਚੋਂ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਲਾਭ ਪ੍ਰਾਪਤ ਕਰਨ ਲਈ ਸੰਸਾਰ ਵਿੱਚ ਆਇਆ ਹੈ, ਪਰ ਤੂੰ ਕਰ ਕੀ ਰਿਹਾ ਹੈ? ਹੋਏ ਮਜੂਰ ਗਿਆ ਠਗਾਏ ਠੱਗ। ਤੂੰ ਸਾਰੀ ਜ਼ਿੰਦਗੀ ਜਗਤ ਵਿੱਚ ਜੀਵਨ ਬਤੀਤ ਕਰਦਿਆਂ ਠੱਗੀਆਂ ਮਾਰਦਾ ਰਿਹਾ ਲੋਕਾਂ ਦੇ ਨਾਲ, ਤੇ ਫਿਰ ਆਖਰ ਤੂੰ ਇੱਥੋਂ ਠੱਗਿਆ ਹੋਇਆ ਹੀ ਚਲਾ ਗਿਆ। ਤੂੰ ਕਿਵੇਂ ਠੱਗਿਆ ਗਿਆ? ਹੋਏ ਮਜੂਰ, ਤੂੰ ਮਾਇਆ ਦਾ ਨੌਕਰ ਗੁਲਾਮ ਬਣ ਕੇ ਰਹਿ ਗਿਆ। ਤੂੰ ਸਾਰੀ ਜ਼ਿੰਦਗੀ ਮਾਇਆ ਦੀ ਖੇਡ ਹੀ ਖੇਡੀ, ਆਖਰ ਜਦੋਂ ਗਿਓ ਮਾਇਆ ਇੱਥੇ ਪਈ ਰਹਿ ਗਈ, ਤੂੰ ਠੱਗਿਆ ਨਾ ਗਿਆ। ਜੋ ਕੁਛ ਤੂੰ ਇਕੱਠਾ ਕੀਤਾ ਸਾਰਾ ਇੱਥੇ ਛੱਡ ਕੇ ਖਾਲੀ ਹੱਥ ਤੈਨੂੰ ਜਾਣਾ ਪਿਆ। ਲਾਹਾ ਨਾਮ ਪੂੰਜੀ ਵੇ ਸਾ। ਭਾਈ ਪ੍ਰਮਾਤਮਾ ਦੇ ਨਾਮ ਰੂਪ ਲਾਹੇ ਨੂੰ ਇਕੱਠਾ ਕਰੋ। ਇਹ ਪੂੰਜੀ ਇਹ ਤੁਹਾਡੇ ਨਾਲ ਜਾਣ ਵਾਲੀ ਏ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਉਹ ਸੱਚਾ ਪਾਤਸ਼ਾਹ ਪ੍ਰਮਾਤਮਾ ਜਿਹੜਾ ਉਸ ਮਾਲਕ ਨਾਲ ਜੁੜੇਗਾ ਉਸ ਨੂੰ ਸੱਚੀ ਪਤ ਸੱਚੀ ਇੱਜ਼ਤ ਦੇਵੇਗਾ। ਸੋ ਭਗਤ ਕਬੀਰ ਸਾਹਿਬ ਜੀ ਨੇ ਅਖੀਰ ਵਿੱਚ ਸਾਨੂੰ ਰਸਤਾ ਬੜਾ ਕਲੀਅਰ ਕਰ ਦਿੱਤਾ ਹੈ। ਰਸਤਾ ਹੈ ਕਿ ਬਾਕੀ ਸਾਰੇ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਉਹ ਸਾਰੇ ਕਰਮ ਧਰਮ ਜਿਹੜੇ ਧਰਮ ਦੇ ਨਾਂ ਹੇਠਾਂ ਕੀਤੇ ਜਾਂਦੇ ਨੇ ਉਹਨਾਂ ਦਾ ਤਿਆਗ ਕਰੋ। ਭਜ ਕੇਵਲ ਰਾਮ, ਕੇਵਲ ਇੱਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਇਹ ਰਸਤਾ ਸਾਨੂੰ ਭਗਤ ਜੀ ਨੇ ਵਿਖਾਇਆ ਹੈ। ਤੇ ਮੈਂ ਅੱਜ ਦੀ ਵਿਚਾਰ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨਾਲ ਸਮਾਪਤ ਕਰਨਾ ਚਾਹਾਂਗਾ, ਜਿਹਦੇ ਵਿੱਚ ਉਹਨਾਂ ਨੇ ਗਿਆਨੀ, ਧਨਵੰਤਾ, ਕੁਲਵੰਤਾ ਅਤੇ ਪਤੀਵੰਤਾ ਦੀ ਪਰਿਭਾਸ਼ਾ ਨਿਯਤ ਕਰ ਦਿੱਤੀ ਹੈ। ਗਿਆਨੀ ਕਿਸ ਨੂੰ ਆਖਦੇ ਨੇ? ਸੋਈ ਗਿਆਨੀ ਜੇ ਸਿਮਰੈ ਏਕ, ਜਿਹੜਾ ਇੱਕ ਪਰਮਾਤਮਾ ਨੂੰ ਸਿਮਰਦਾ ਹੈ। ਜੇ ਬੁਰਾ ਨਾ ਮਨਾਓ ਤੇ ਮੈਨੂੰ ਆਖਣ ਨੂੰ ਸੰਕੋਚ ਨਹੀਂ ਕਿ ਅੱਜ ਸਾਡੇ ਸਿੱਖ ਸਮਾਜ ਦੇ ਅੰਦਰ
ਜਿੰਨਾ ਕਰਮ ਕਾਂਡ ਗਿਆਨੀ ਸੱਜਣਾ ਨੇ ਫੈਲਾਇਆ ਹੈ ਉਹਨਾਂ ਹੋਰ ਕਿਸੇ ਨਹੀਂ ਫੈਲਾਇਆ। ਤੁਸੀਂ ਵੀ ਉਹਨਾਂ ਕੋਲ ਹੀ ਪਹੁੰਚ ਕੇ ਉਹਨਾਂ ਦੀਆਂ ਹੀ ਗੱਲਾਂ ਸੁਣ ਕੇ ਖੁਸ਼ ਵੀ ਹੁੰਦੇ ਹੋ। ਜਿਹੜੇ ਲੋਕ ਤੁਹਾਨੂੰ ਕਰਮ ਕਾਂਡਾਂ ਵਿੱਚ ਉਲਝਾ ਦਿੰਦੇ ਹੋਣ, ਜਿਹੜੇ ਕਰਮ ਕਾਂਡਾਂ ਚੋਂ ਕੱਢਦੇ ਹੋਣ, ਉਹ ਤੇ ਕਬੀਰ ਦੀ ਤਰ੍ਹਾਂ ਹੀ ਲੱਗਦਾ ਵੀ ਇਹਨੂੰ ਧੱਕੇ ਮਾਰ ਕੇ ਪਿੰਡੋਂ ਹੀ ਕੱਢ ਦਿੱਤਾ ਜਾਏ। ਐਸਾ ਹੋ ਰਿਹਾ ਹੈ ਔਰ ਇਹ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਤੁਸੀਂ ਸਾਰੀ ਸੰਗਤ ਗੁਰੂ ਦੀ ਬਾਣੀ ਖੁਦ ਨਹੀਂ ਪੜ੍ਹਦੇ। ਉਹਨਾਂ ਚਿਰ ਇਸ ਤਰ੍ਹਾਂ ਹੀ ਹੋਏਗਾ। ਹੁਣ ਪਤਾ ਨਹੀਂ ਤੁਸੀਂ ਕਿੰਨੇ ਅਖੰਡ ਪਾਠ ਜ਼ਿੰਦਗੀ 'ਚ ਕਰਾਏ ਹੋਣੇ ਨੇ। ਭਗਤ ਕਬੀਰ ਦਾ ਆਹ ਸ਼ਬਦ ਓਨੀ ਵਾਰੀ ਪੜ੍ਹਿਆ ਗਿਆ ਹੋਏਗਾ ਵਿੱਚ, ਕਿੰਨਾ ਕੁ ਕਿਸੇ ਨੂੰ ਸਮਝ ਆਈ ਕਿ ਕਬੀਰ ਕੀ ਆਖ ਕੇ ਅੱਗੇ ਲੰਘ ਗਿਆ? ਕੁਛ ਵੀ ਨਹੀਂ। ਜਿੰਨਾ ਚਿਰ ਤੁਸੀਂ ਇਹ ਪਵਿੱਤਰ ਬਾਣੀ ਖੁਦ ਨਹੀਂ ਪੜ੍ਹਦੇ ਤੇ ਇਸ ਤਰ੍ਹਾਂ ਠਹਿਰਾਓ ਨਾਲ ਨਹੀਂ ਪੜ੍ਹਦੇ, ਉਹਨਾਂ ਚਿਰ ਉਹ ਗਿਆਨੀ ਹੀ ਚੰਗੇ ਲੱਗਣਗੇ ਜਿਹੜੇ ਤੁਹਾਡੇ ਤੋਂ ਪੈਸੇ ਲੈ ਕੇ ਤੁਹਾਡਾ ਸਾਜੋ ਸਮਾਨ ਤੁਹਾਡੇ ਬਜ਼ੁਰਗਾਂ ਨੂੰ ਉੱਤੇ ਪਹੁੰਚਾ ਦਿੰਦੇ ਨੇ। ਉਹ ਚੰਗੇ ਲੱਗਣਗੇ। ਜਿਹੜਾ ਆਖੇਗਾ ਕਿ ਇਹ ਸਮਾਨ ਮੇਰੇ ਤੋਂ ਨਹੀਂ ਪਹੁੰਚਾਇਆ ਜਾਣਾ, ਜੇ ਪਹੁੰਚਾਉਣਾ ਹੈ ਤੇ ਮੈਨੂੰ ਐਡਰੈਸ ਦਿਓ, ਹੈ ਨਾ, ਉਹ ਗਿਆਨੀ ਕਿਵੇਂ ਚੰਗੇ ਲੱਗਣਗੇ? ਸੋ ਇਹ ਗੱਲ ਅਸੀਂ ਸਮਝਣੀ ਹੈ। ਸੋਈ ਗਿਆਨੀ ਜੇ ਸਿਮਰੈ ਏਕ, ਉਸ ਨੂੰ ਗਿਆਨਵਾਨ ਆਖਦੇ ਨੇ ਜਿਹੜਾ ਇੱਕ ਪਰਮਾਤਮਾ ਨੂੰ ਖੁਦ ਸਿਮਰਦਾ ਹੈ ਤੇ ਦੂਜਿਆਂ ਨੂੰ ਸਿਮਰਨ ਦੀ ਪ੍ਰੇਰਨਾ ਕਰਦਾ ਹੈ, ਕਰਮ ਕਾਂਡਾਂ ਵਿੱਚੋਂ ਕੱਢਦਾ ਹੈ। ਧਨਵੰਤ ਕੌਣ ਹੈ? ਸੋ ਧਨਵੰਤਾ ਜਿਸ ਬੁੱਧ ਵਿਵੇਕ, ਜਿਹਦੀ ਬੁੱਧੀ ਵਿਵੇਕ ਹੈ ਉਹ ਅਸਲ ਵਿੱਚ ਧਨਵਾਨ ਹੈ। ਧਨਵਾਨ ਉਸ ਨੂੰ ਨਹੀਂ ਆਖਦੇ ਜਿਹਦੇ ਕੋਲ ਇੱਕ ਨਾ ਆਟਾ ਅਗਲਾ ਬਹੁਤ ਸਾਰਾ ਧਨ ਹੋਵੇ, ਰੁਪਈਆ ਪੈਸਾ ਹੋਵੇ, ਉਸ ਨੂੰ ਨਹੀਂ ਆਖਦੇ। ਜੇ ਬੁੱਧ ਨਹੀਂ, ਉਹ ਪਿਓ ਦਾਦੇ ਨੇ ਜੋੜਿਆ ਸੀ ਉਹ ਤੇ ਉਜਾੜ ਕੇ ਰੱਖ ਦੇਵੇਗਾ। ਜੇ ਬੁੱਧ ਹੋਏਗੀ, ਉਹਨੂੰ ਕੁਝ ਵੀ ਨਹੀਂ ਪ੍ਰਾਪਤ ਹੋਇਆ ਤੇ ਬਹੁਤ ਕੁਝ ਕਮਾ ਲਏਗਾ। ਅਸਲ ਵਿੱਚ ਉਹ ਧਨਵਾਨ ਮਨੁੱਖ ਹੈ ਜਿਹਦੇ ਕੋਲ ਵਿਵੇਕ ਬੁੱਧੀ ਏ। ਸੋ ਕੁਲਵੰਤਾ ਜੇ ਸਿਮਰੈ ਸੁਆਮੀ, ਚੰਗੀ ਕੁੱਲ ਵਾਲਾ ਉਹ ਮਨੁੱਖ ਹੈ ਜਿਹੜਾ ਆਪਣੇ ਸੁਆਮੀ ਨਾਲ ਜੁੜਿਆ ਹੋਇਆ, ਆਪਣੇ ਮਾਲਕ ਨਾਲ ਜੁੜਿਆ ਹੋਇਆ ਹੈ। ਸੋ ਪਤਿਵੰਤਾ ਜੇ ਆਪ ਪਛਾਨੀ, ਅਸਲ ਵਿੱਚ ਉਹ ਇੱਜ਼ਤ ਵਾਲਾ ਮਨੁੱਖ ਹੈ ਜਿਸ ਨੇ ਆਪਣੇ ਅੰਤਸ਼ਕਰਨ ਵਿੱਚ ਝਾਤੀ ਮਾਰ ਕੇ ਆਪਣੇ ਆਪੇ ਦੀ ਪਹਿਚਾਣ ਕਰ ਲਈਏ। ਜਿਸ ਨੇ ਆਪਣੇ ਆਪੇ ਨੂੰ ਨਹੀਂ ਪਹਿਚਾਣਿਆ, ਉਹ ਚਾਹੇ ਜੋ ਵੀ ਬਣਿਆ ਫਿਰਦਾ ਹੋਵੇ, ਆਪਣੇ ਖਿਆਲਾਂ ਵਿੱਚ ਹੋਏਗਾ। ਰੱਬ ਦੇ ਘਰ ਜਦੋਂ ਜਾਏਗਾ, ਪਾ ਜੁਗੜ ਜਾਏਗਾ। ਸੋ ਭਗਤ ਜੀ ਨੇ ਆਖਿਆ ਰਹਾਉ ਵਾਲੀਆਂ ਪੰਕਤੀਆਂ 'ਚ, ਹਮ ਅਪਤੈ ਹੈ ਆਪਣੀ ਪਤ ਖੋਈ, ਹਮਰੈ ਖੋਜ ਪਰੋ ਮਤ ਕੋਈ। ਜੇ ਤੁਸੀਂ ਸਮਝਦੇ ਹੋ ਕਿ ਕਬੀਰ ਆਪਣੀ ਇੱਜ਼ਤ ਗਵਾ ਬੈਠਾ ਹੈ ਰੱਬ ਦੇ ਰਾਹ ਤੇ ਤੁਰਦਾ ਹੋਇਆ, ਤੇ ਫਿਰ ਤੁਸੀਂ ਨਾ ਤੁਰਨਾ। ਸਿੱਧੀ ਜੀ ਗੱਲ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਆਖਦੇ ਨੇ ਵੀ ਜੇ ਤੁਸੀਂ ਵੀ ਇਸ ਤਰ੍ਹਾਂ ਚਾਹੁੰਦੇ ਹੋ ਕਿ ਸਾਡੀ ਇੱਜ਼ਤ ਵਾਹਿਗੁਰੂ ਦੇ ਘਰ ਵਿੱਚ ਬਣੇ, ਸਾਡਾ ਜੀਵਨ ਸਫਲ ਹੋਵੇ, ਫਿਰ ਨਾਮ ਮਾਰਗ ਤੇ ਰਸਤੇ ਤੇ ਚੱਲ ਪਵੋ। ਜੇ ਕਰਮ ਕਾਂਡ ਕਰਕੇ ਮਨ ਪਰਚਾਵਾ ਕਰਨਾ ਹੈ, ਫਿਰ ਮੇਰੇ ਇਸ ਰਸਤੇ ਤੇ ਜਿਹੜੇ ਤੇ ਮੈਂ ਚੱਲਿਆ ਨਾਮ ਸਿਮਰਨ ਵਾਲੇ ਤੇ ਤੁਹਾਨੂੰ ਚੱਲਣ ਦੀ ਜ਼ਰੂਰਤ ਨਹੀਂ। ਸੋ ਭਗਤ ਜੀ ਨੇ ਸਾਨੂੰ ਅੱਜ ਬੜੇ ਪਿਆਰ ਦੇ ਨਾਲ ਔਰ ਥੋੜਾ ਜਿਹਾ ਦਲੇਰੀ ਦੇ ਨਾਲ ਇਹ ਗੱਲ ਸਮਝਾ ਦਿੱਤੀ ਹੈ ਕਿ ਇੱਜ਼ਤ ਉਹਨਾਂ ਲੋਕਾਂ ਦੀ ਬਣਦੀ ਹੈ ਸੰਸਾਰ ਵਿੱਚ ਜਿਹੜੇ ਪ੍ਰਭੂ ਦੀ ਭਗਤੀ ਵਿੱਚ ਜੁੜਦੇ ਨੇ। ਜਿਹੜੇ ਪ੍ਰਭੂ ਦੀ ਭਗਤੀ ਨਾਲੋਂ ਟੁੱਟੇ ਹੋਏ ਨੇ, ਆਪਣੇ ਆਪ ਨੂੰ ਲੱਖੋ ਇੱਜ਼ਤਦਾਰ ਸਮਝੀ ਫਿਰਨ, ਰੱਬੀ ਦਰਗਾਹ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ। ਖੋਟੇ ਸੱਟੀਏ ਬਾਹਰ ਵਾਰ, ਉਹਨਾਂ ਨੂੰ ਬਾਹਰ ਕੱਢ ਹੀ ਦਿੱਤਾ ਜਾਏਗਾ। ਸੋ ਇੰਨੇ ਕੁ ਬਚਨ ਅੱਜ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਆਉਣ ਵਾਲੇ ਸਮੇਂ 'ਚ ਯਾਨੀ ਅਗਲੇ ਐਤਵਾਰ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਵਿਚਾਰ ਸਾਂਝੇ ਕਰਾਂਗੇ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।